ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਧਨਾਸਰੀ ਰਾਗ ਦੇ ਵਿੱਚ ਰਹਿਮਤ ਕੀਤੀ ਸਤਿਗੁਰਾਂ ਨੇ। ਕਹਿੰਦੇ ਧਨਾਸਰੀ ਮਹੱਲਾ ਪੰਜਵਾਂ। ਇਹ ਸਾਡੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਹੈ ਨਿਰੰਕਾਰ ਦੇ ਚਰਨਾਂ ਦੇ ਵਿੱਚ। ਧਨਾਸਰੀ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪਾਵੇ ਆਪਣੇ, ਨਾਮ ਜਪੂ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੇ ਕਰਾਵੈ ਸੁਆਮੀ, ਸਾ ਮਸਲਤ ਪਰਵਾਣ ਰਹਾਓ। ਪਤ ਪਰਮੇਸ਼ਰ ਗਤ ਨਰਾਇਣ, ਤਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ ਹਰ ਹਰ, ਸੰਤੀ ਇਹ ਵਿਦ ਜਾਤੀ। ਨਿਰੰਕਾਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਰਹਿ ਰਸਤੇ ਜੋ ਸ਼ਾਮਾਂ ਦੀ ਬਾਣੀ ਹੈ, ਸ਼ਾਮਾਂ ਦੀ ਪ੍ਰਾਰਥਨਾ ਦੀ ਸਤਿਗੁਰ ਦੇ ਚਰਨਾਂ ਦੇ ਵਿੱਚ ਬਾਣੀ ਹੈ, ਉਸ ਦੇ ਪਹਿਲੇ 5 ਸ਼ਬਦ ਜਿਨ੍ਹਾਂ ਦੀ ਵਿਆਖਿਆ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਰਵਾਈ। ਮਿਹਰ ਕੀਤੀ, ਰਹਿਮ ਕੀਤੀ। ਹੁਣ ਇਸ ਵੇਲੇ ਰਾਗ ਆਸਾ ਮਹੱਲਾ ਚੌਥਾ ਸ਼ੁਰੂ ਹੋਣ ਲੱਗਿਆ। ਸੋ ਪੁਰਖ। ਸੋ ਆਓ ਜਿੰਨਾ ਚਿਰ ਇਹਦੀ ਥੋੜੀ ਜਿਹੀ ਭੂਮਿਕਾ ਆਪਾਂ ਬੰਨ ਲਈਏ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਧੰਨ 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 ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਭਾਈ ਗੁਰਦਾਸ ਜੀ ਕਹਿੰਦੇ ਨੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਵੀ ਆਪਣੇ ਉੱਤੇ ਕਿਰਪਾ ਕੀਤੀ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੋ ਦਾਨਾ। ਰਾਮਦਾਸ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕਲ ਕੁਲ ਤਰਾਵੇ, ਉਧਾਰ ਹੋਏ ਹੈ ਜੀ ਕਾ। ਇਸ ਜਿਸ ਨੂੰ ਅੱਜ ਸਾਰਾ ਸੰਸਾਰ ਅਰਦਾਸ ਬੇਨਤੀ ਦੇ ਵਿੱਚ ਇੱਥੇ ਦੇ ਦਰਸ਼ਨ ਤੇ ਇਸ਼ਨਾਨ ਦੀ ਆਲੋਚਨਾ ਕਰਦਾ, ਨਿਰੰਕਾਰ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੈ। ਇਹ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਜਿਸ ਵੇਲੇ ਪੂਰਾ ਇਸ ਸਰੋਵਰ ਅੰਮ੍ਰਿਤ ਸਰੋਵਰ ਤਿਆਰ ਕਰਕੇ, ਜਿਸ ਤੇ ਅੱਜ ਸੱਚਖੰਡ ਹੈ, ਜਿਹਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ, ਇੱਥੇ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਕੀ ਸੰਗਤ ਨੂੰ ਦਰਸ਼ਨ ਦਿਆ ਕਰਦੇ ਸਨ ਔਰ ਇੱਥੇ ਹੀ ਉਪਦੇਸ਼ ਦਿਆ ਕਰਦੇ ਸਨ। ਸਮਾਂ ਲੰਘਦਾ ਗਿਆ। ਸਤਿਗੁਰਾਂ ਦੇ ਕੋਲ ਇੱਕ ਤਪਾ ਆਇਆ, ਜਿਹੜੀ ਸਾਖੀ ਆਪਾਂ ਪਹਿਲਾਂ ਕਿਸੇ ਹੋਰ ਰੂਪ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਤਪਾ ਆਇਆ। ਤਪੇ ਉਹ ਹੁੰਦੇ ਨੇ ਜਿਹੜੇ ਕਿ ਜਦੋਂ ਠੰਡ ਪੈਂਦੀ ਹੈ, ਇਹ ਇੱਕ ਸ਼੍ਰੇਣੀ ਹੈ ਜਪ ਤਪ ਕਰਨ ਵਾਲਿਆਂ ਦੀ। ਜਦੋਂ ਸਰਦੀ ਦੀ ਮੁਰਤ ਆਉਂਦੀ, ਇਹ ਠੰਡੇ ਪਾਣੀ ਦੇ ਵਿੱਚ ਖੜ ਕੇ ਤਪ ਕਰਦੇ ਨੇ। ਜਦੋਂ ਗਰਮੀ ਆਉਂਦੀ ਹੈ, ਆਲੇ ਦੁਆਲੇ 5 ਧੂਣੀਆਂ ਤਪਾ ਕੇ ਇਹ ਤਪ ਕਰਦੇ ਨੇ। ਆਪਣੇ ਆਪ ਨੂੰ ਕਾਹਨੇ ਵਾਂਗੂ ਸਿਖਾ ਲੈਂਦੇ ਨੇ ਵੀ ਸ਼ਾਇਦ ਇਹਦੂ ਰੂਪ ਦੇ ਨਾਲ ਹੀ ਸਾਨੂੰ ਉਹ ਪ੍ਰਮਾਤਮਾ ਮਿਲ ਜਾਵੇਗਾ। ਇਸ ਤਪੇ ਨੇ ਆਣ ਕੇ ਦੇਖਿਆ ਵੀ ਇੱਥੇ ਦੀ ਚਹਿਲ ਪਹਿਲ ਬੜੀ ਇੱਕ ਅਜੀਬ, ਬਹੁਤ ਹੀ ਸ਼ਾਂਤੀਪੂਰਵਕ ਹੈ। ਤੇ ਪਰ ਕੁਝ ਦਿਨ ਸਤਿਗੁਰ ਸੱਚੇ ਪਾਤਸ਼ਾਹ ਦੇ ਪਿੱਛੇ ਬਹਿ ਕੇ ਬਚਨ ਵੀ ਸੁਣਦਾ ਰਿਹਾ, ਗੁਰਸਿੱਖਾਂ ਦੀ ਘਾਲ ਕਮਾਈ ਤੇ ਸੇਵਾ ਵੀ ਦੇਖਦਾ ਰਿਹਾ। ਤੀਜੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਆਣ ਕੇ ਬੜੀ ਨਿਮਰਤਾ ਦੇ ਨਾਲ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਕੁਝ ਸ਼ੰਕੇ ਨੇ, ਦੂਰ ਕਰੋ। ਸਤਿਗੁਰ ਆਖਣ ਲੱਗੇ, ਤਪਾ ਜੀ ਦੱਸੋ। ਆਖਣ ਲੱਗੇ ਵੀ ਉਹਨਾਂ ਨੇ ਦੱਸਿਆ ਵੀ ਅਸੀਂ ਤਪ ਕਰਦੇ ਹਾਂ ਇਹਦੂ ਰੂਪ ਦੇ ਵਿੱਚ, ਪਰ ਜਿੱਦਣ ਦੇ ਅਸੀਂ ਇੱਥੇ ਆਣ ਕੇ ਦੇਖ ਰਹੇ ਹਾਂ ਵੀ ਇਹ ਜਿਹੜੇ ਆਪ ਜੀ ਦੇ ਗੁਰਸਿੱਖ ਨੇ, ਜਿਹੜੇ ਆਪ ਜੀ ਦੇ ਸੇਵਾਦਾਰ ਨੇ, ਨਾ ਤਾਂ ਅਸੀਂ ਇਹਨਾਂ ਨੂੰ ਵੇਦਾਂ ਦਾ, ਸ਼ਾਸਤਰਾਂ ਦਾ ਤੇ ਸਿਮਰਤੀਆਂ ਦਾ ਕਦੀ ਜਾਪ ਕਰਦਿਆਂ ਨੂੰ ਦੇਖਿਆ,
ਨਾ ਇਹਨਾਂ ਨੂੰ ਤਾਂ ਅਸੀਂ ਕਦੇ ਊਂਗ ਦੀ ਆਰਾਧਨਾ ਕਰਦਿਆਂ ਨੂੰ ਦੇਖਿਆ, ਤੇ ਨਾ ਹੀ ਕਿਤੇ ਇਹ 68 ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਕੇ ਬੈਠੇ ਨੇ। ਤੇ ਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਕਿਸੇ ਤਰ੍ਹਾਂ ਇੱਕ ਆਸਣ ਦੇ ਉੱਤੇ ਬੈਠ ਕੇ ਕੋਈ ਬੰਦਗੀ ਕਰਦੇ ਨੇ, ਪਰ ਅਸੀਂ ਇਹ ਦੇਖਦੇ ਚੱਲਦੇ ਫਿਰਦੇ ਵੀ ਇਹ ਇੱਕ ਨਾਮ ਦੀ ਆਰਾਧਨਾ ਕਰਦੇ ਰਹਿੰਦੇ ਨੇ। ਪਰ ਸਾਨੂੰ ਕਿਰਪਾ ਕਰਕੇ ਦੱਸੋ ਵੀ ਇਹਨਾਂ ਦਾ ਭਲਾ ਕਿਸ ਤਰ੍ਹਾਂ ਹੋਵੇਗਾ। ਸਤਿਗੁਰ ਆਖਣ ਲੱਗੇ, ਤਾਪਾ ਜੀ ਪਹਿਲਾਂ ਤੁਸੀਂ ਇਹ ਸਾਨੂੰ ਦੱਸੋ ਵੀ ਜਿਹੜੀ ਤੁਸੀਂ 68 ਤੀਰਥਾਂ ਦੇ ਉੱਤੇ ਬੇਅੰਤ ਵਾਰ ਜਾ ਕੇ ਇਸ਼ਨਾਨ ਕਰਕੇ ਆਏ ਹੋ, ਤੁਸੀਂ ਧੂਣੀਆਂ ਤਪਾਤ ਪਾ ਕੇ ਤਪ ਕੀਤਾ, ਠੰਡੇ ਜਲ ਧਾਰਾ ਦੇ ਵਿੱਚ ਖੜ ਕੇ ਤਪ ਕੀਤਾ, ਕੀ ਤੁਹਾਨੂੰ ਉਹ ਪਰਮ ਆਤਮਾ ਅਕਾਲ ਪੁਰਖ ਨਿਰੰਕਾਰ ਮਿਲ ਗਿਆ? ਆਖਣ ਲੱਗੇ ਨਹੀਂ, ਪਰ ਅਸੀਂ ਸਿਆਣਿਆਂ ਤੋਂ ਸੁਣਿਆ ਜ਼ਰੂਰ ਹੈ। ਤਪਾ ਮਹਾਰਾਜ ਨੂੰ ਕਹਿ ਰਿਹਾ, ਆਖਦੇ ਨੇ ਵੀ ਸਾਡੇ ਵੱਡੇ ਵਡੇਰਿਆਂ ਨੇ ਗੱਲ ਜ਼ਰੂਰ ਕਹੀ ਆ ਵੀ ਇੱਕ ਦਿਨ ਕੀ ਹੋਏਗਾ ਜਦੋਂ ਅਸੀਂ ਇਸ ਸਰੀਰ ਤੋਂ ਇਸ ਸਰੀਰ ਨੂੰ ਜਿਸ ਇੱਥੇ ਤਿਆਗ ਕੇ ਜਾਵਾਂਗੇ ਤੇ ਸਾਨੂੰ ਬਹਿਸ਼ਤ ਪ੍ਰਾਪਤ ਹੋਏਗਾ, ਸਵਰਗ ਪ੍ਰਾਪਤ ਹੋਏਗਾ, ਜਿੱਥੇ ਸਾਨੂੰ ਅਨੇਕਾਂ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤਪਾ ਜੀ ਕੀ ਤੁਸੀਂ ਉਹ ਸਵਰਗ ਉਹ ਬਹਿਸ਼ਤ ਦੇਖ ਚੁੱਕੇ ਹੋ? ਆਖਣ ਲੱਗੇ ਨਹੀਂ। ਕਹਿੰਦੇ ਵੀ ਤੁਹਾਨੂੰ ਕਿੱਦਾਂ ਪਤਾ ਵੀ ਉੱਥੇ ਤੁਹਾਨੂੰ ਸੁੱਖ ਪ੍ਰਾਪਤ ਹੋਣਗੇ? ਆਖਣ ਲੱਗੇ ਜੀ ਇਹ ਵੱਡੇ ਵਡਿਆਰਿਆਂ ਤੋਂ ਹੀ ਸਭ ਕੁਝ ਸੁਣਿਆ। ਸਤਿਗੁਰ ਆਖਣ ਲੱਗੇ ਵੀ ਇਹ ਜਿਹੜੇ ਇੱਥੇ ਦੇ ਸੇਵਾਦਾਰ ਨੇ ਇਹ ਸਾਰੇ ਹੀ ਤੁਸੀਂ ਤਾਂ ਮਰ ਕੇ ਬਹਿਸ਼ਤ ਦੇ ਵਿੱਚ ਜਾਣਾ, ਸਵਰਗ ਦੇ ਵਿੱਚ ਜਾਣਾ। ਇਹ ਜੀਂਦੇ ਜੀ ਹੀ ਸਵਰਗ ਭੋਗ ਰਹੇ ਨੇ, ਇਹ ਜੀਂਦੇ ਜੀ ਹੀ ਬਹਿਸ਼ਤ ਦੇ ਵਿੱਚ ਬੈਠੇ ਹੋਏ ਨੇ। ਤਪਾ ਜੀ ਇਹਨਾਂ ਨੂੰ ਕੋਈ ਵੱਡੀ ਕਠਿਨ ਇਸ ਤਰ੍ਹਾਂ ਤਪੱਸਿਆ ਕਰਨ ਦੀ ਕੋਈ ਜ਼ਰੂਰਤ ਨਹੀਂ, ਜਲ ਧਾਰੇ ਕਰਨ ਦੀ ਜ਼ਰੂਰਤ ਨਹੀਂ, ਇਹਨਾਂ ਨੂੰ ਇਹ ਵੀ ਕੋਈ ਜ਼ਰੂਰਤ ਨਹੀਂ ਕਿ ਅੱਗ ਦੀਆਂ ਧੂਣੀਆਂ ਤਪਾ ਕੇ ਵਿੱਚ ਬਹਿਣ। ਇਹਨਾਂ ਨੇ ਤਨ ਮਨ ਧਨ ਸਭ ਕੁਝ ਉਹ ਅਕਾਲ ਪੁਰਖ ਆਪਣੇ ਪ੍ਰੀਤਮ ਨੂੰ ਅਰਪਣ ਕਰ ਦਿੱਤਾ, ਔਰ ਜੋ ਉਹਦਾ ਹੁਕਮ ਹੈ ਜੇ ਉਸ ਹੁਕਮ ਦੀ ਇਹ ਪੂਰੇ ਤੌਰ ਦੇ ਉੱਤੇ ਪਾਲਣਾ ਕਰਦੇ ਨੇ, ਸੇਵਾ ਸਿਮਰਨ ਤੇ ਇਹਨਾਂ ਦੇ ਅੰਦਰ ਜਿਹੜੀ ਸਹਿਜ ਅਵਸਥਾ ਹੈ, ਅਡੋਲਤਾ ਹੈ, ਇਹ ਕੁਝ ਦਿਨ ਹੋਰ ਤੁਸੀਂ ਇੱਥੇ ਰਹੋ ਤਾਂ ਆਪ ਦੇਖ ਲਵੋਗੇ। ਜਦੋਂ ਤਪਾ ਜੀ ਨੇ ਇਸ ਤਰ੍ਹਾਂ ਵਚਨ ਸੁਣੇ ਔਰ ਇੱਥੇ ਥੋੜਾ ਸਮਾਂ ਰਿਹਾ ਤਾਂ ਇਸ ਨੇ ਦੇਖਿਆ ਕਿ ਸੱਚਮੁੱਚ ਹੀ ਇਹਨਾਂ ਜਿਹੜੇ ਗੁਰੂ ਕੇ ਸਿੱਖ ਨੇ ਇਹਨਾਂ ਦੀ ਜ਼ੁਬਾਨ ਦੇ ਵਿੱਚੋਂ ਮੋਤੀ ਹੀ ਕਰਦੇ ਨੇ, ਇੰਨੇ ਸੋਹਣੇ ਵਚਨੇ ਕਰਦੇ ਨੇ। ਇਹਨਾਂ ਦੀ ਚਾਲ ਵੀ ਬਿਲਕੁਲ ਵੱਖਰੀ ਹੈ। ਮਾਰੇ ਵੀ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਇਹਨਾਂ ਦੀ ਚਾਲ ਵੀ ਵੱਖਰੀ ਹੈ। ਇਹ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕਰਦੇ। ਕੋਈ ਕਿਸੇ ਵੀ ਜਨ ਦੇ ਵਿੱਚੋਂ ਫਿਰਕੇ ਦੇ ਵਿੱਚੋਂ ਆ ਜਾਵੇ, ਕਿਸੇ ਵੀ ਸਨਾਤਨ ਧਰਮ ਵਾਲਾ ਕੋਈ ਆ ਜਾਵੇ ਜਾਂ ਕੋਈ ਹੋਰ ਆ ਜਾਵੇ, ਕਿਸੇ ਵੀ ਸ਼੍ਰੇਣੀ ਦਾ ਜੀਵ ਇੱਥੇ ਆ ਜਾਵੇ, ਉਸ ਨੂੰ ਵੀ ਇਹ ਜੀ ਆਇਆ ਆਖਦੇ ਨੇ, ਔਰ ਉਸ ਵਾਸਤੇ ਵੀ ਇੱਥੇ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਨੇ। ਇਹ ਸੱਚਮੁੱਚ ਹੀ ਬਹਿਸ਼ਤ ਦੇ ਵਿੱਚ ਹੀ ਰਹਿ ਰਹੇ ਨੇ, ਇਹ ਸਵਰਗ ਦੇ ਵਿੱਚ ਰਹਿ ਰਹੇ ਨੇ। ਉਸ ਦਿਨ ਤੋਂ ਤਪੇ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਧਾਰਨ ਕਰ ਲਈ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਤਪਾ ਬੈਠਾ, ਉਸ ਵੇਲੇ ਉਹ ਸਤਿਗੁਰ ਜੀ ਹੁਣ ਗੁਰੂ ਕੀ ਸੰਗਤ ਨੂੰ ਸਾਰੇ ਸੰਸਾਰ ਨੂੰ ਗਿਆਨ ਦਿੰਦੇ ਹਨ। ਰਾਗ ਆਸਾ ਦੇ ਵਿੱਚ ਰਾਗ ਆਸਾ ਮਹਿਲਾ ਚੌਥਾ, ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮਾ ਅਗਮ ਅਪਾਰਾ। ਅਕਾਲ ਪੁਰਖ ਨਿਰੰਕਾਰ ਰਾਗ ਆਸਾ ਦੇ ਵਿੱਚ ਇਹ ਸ਼ਬਦ ਦੋ ਵਾਰ ਆਣਾ, ਇੱਕ ਇੱਥੇ ਆਣਾ ਹੈ, ਇੱਕ 348 ਅੰਗ ਦੇ ਉੱਤੇ ਵੀ ਆਏਗਾ। ਆਸਾ ਮਹੱਲਾ ਚੌਥਾ। ਥੋੜਾ ਥੋੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਇਹ ਰਹਿਰਾਸ ਸਾਹਿਬ ਜੀ ਦੇ ਬੰਦਰਾਂ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਦੇ ਦੁਆਰਾ ਇਹ ਸ਼ਬਦ ਸ਼ੇਸ਼ੋਕਤ ਹੁੰਦੇ ਨੇ ਫਰਕ ਰੱਖਿਆ ਹੋਇਆ ਹੈ। ਇੱਥੇ ਨਿਰੰਕਾਰ ਕਹਿੰਦੇ ਨੇ ਰਾਗ ਆਸਾ। ਆਸਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਸੰਸਾਰ ਦੇ ਉੱਤੇ। ਗੁਰੂ ਨਾਨਕ ਦੀ ਜੋਤ ਤੇ ਚੌਥੇ ਘਟ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਤੇ ਸੋ ਪੁਰਖ, ਸੋ ਪੁਰਖ ਦਾ ਮਤਲਬ ਇਹ ਨਿਕਲਦਾ ਹੈ ਇੱਥੇ ਕਿ ਉਹ ਨਿਰੰਕਾਰ ਅਕਾਲ ਪੁਰਖ ਬਾਰੇ ਸਾਨੂੰ ਗਿਆਨ ਦੇਣ ਲੱਗੇ ਨੇ।
ਛੋਟਾ ਮੰਗਲ ਲਾਇਆ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਹੈ, ਉਸ ਦੀ ਕਿਰਪਾ ਦੇ ਨਾਲ, ਉਹਦੀ ਰਹਿਮਤ ਦੇ ਨਾਲ ਅਸੀਂ ਸੰਸਾਰ ਦੇ ਉੱਤੇ ਆਪਣਾ ਜਨਮ ਮਰਨ ਖਤਮ ਕਰਨ ਵਾਸਤੇ ਉਹਦੀ ਬੰਦਗੀ ਦੇ ਵਿੱਚ ਉਸ ਦੀ ਕਿਰਪਾ ਦੇ ਨਾਲ ਹੀ ਇੱਥੇ ਆਏ ਹਾਂ। ਉਹਦੀ ਰਹਿਮਤ ਦੇ ਨਾਲ, ਉਹਦੀ ਕਿਰਪਾ ਦੇ ਨਾਲ ਹੀ ਅਸੀਂ ਉਹਦੇ ਤੱਕ ਉਸ ਦੇ ਨਾਲ ਸਾਡਾ ਮਿਲਾਪ ਹੋ ਜਾਏਗਾ। ਇੱਥੇ ਮਾਲਕ ਨੇ ਕਿਰਪਾ ਕੀਤੀ, ਕਹਿੰਦੇ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਹੁਣ ਇਹ ਦੇਖਿਓ, ਇਹਦੇ ਵਿੱਚ ਨਿਰੰਜਨ 2 ਵਾਰ ਆਇਆ ਹੈ ਤੇ ਅਗਮਾ ਅਗਮ ਇਹ ਵੀ ਇੱਕ ਦੇ ਉੱਤੇ ਅਗਮਾ ਹੈ, ਇੱਕ ਅਗਮ ਹੈ। ਸੋ ਸਤਿਗੁਰ ਕਹਿੰਦੇ ਨੇ, ਜਿਸ ਲਈ ਇਹ ਗਿਆਨ ਦਿੰਦੇ ਨੇ, ਕਹਿੰਦੇ ਨੇ ਸੋ ਪੁਰਖ, ਉਹ ਅਕਾਲ ਪੁਰਖ ਨਿਰੰਕਾਰ ਨਿਰੰਜਨ ਹੈ, ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਤਮਾ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਾ, ਉਹ ਬੇਦਾਗ ਹੈ, ਅਤ ਨਿਰਮਲ ਹੈ, ਅਤ ਸੁੰਦਰ ਹੈ, ਜਿਸ ਦਾ ਆਦ ਅੰਤ ਕੋਈ ਨਹੀਂ ਪਾ ਸਕਦਾ। ਭਾਈ ਉਹ ਜਿਹੜਾ ਅਕਾਲ ਪੁਰਖ ਹੈ, ਪਿਛਲੇ ਸਮੇਂ ਦੇ ਵਿੱਚ ਵੀ ਉਹ ਇਦੂ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਕਿਰਪਾ ਕਰ ਰਹੇ ਸਨ ਤੇ ਅੱਜ ਦੇ ਸਮੇਂ ਦੇ ਉੱਤੇ ਵੀ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੰਸਾਰ ਦੇ ਉੱਤੇ ਕਿਰਪਾ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਗੰਮ ਨਿਰੰਕਾਰ। ਅਗੰਮ ਕਹਿੰਦੇ ਨੇ ਅਚਲ ਨੂੰ, ਜਿਹਦਾ ਖਾਤਮਾ ਕਦੀ ਨਹੀਂ ਹੁੰਦਾ, ਜਿਹੜਾ ਗਮਨ ਨਹੀਂ ਕਦੀ ਹੋ ਸਕਦਾ। ਗਮਨ ਦਾ ਮਤਲਬ ਜਿਹੜਾ ਕਿ ਅਲੋਪ ਨਹੀਂ ਹੋ ਸਕਦਾ। ਅਗੰਮ ਉਹ ਹਰ ਵੇਲੇ ਇੱਕ ਤੇ ਸਰਬ ਵਿਆਪਕ, ਹਰ ਜੀਆਂ ਦੇ ਅੰਦਰ ਉਸਨੇ ਆਪਣੀ ਜੋਤ ਰੱਖੀ ਹੋਈ ਹੈ। ਕਹਿੰਦੇ ਉਹ ਇਸ ਤਰ੍ਹਾਂ ਜਦੋਂ ਇਸ ਤੋਂ ਸੰਸਾਰ ਦੇ ਤੋਂ ਜੀਵ ਚਲੇ ਵੀ ਜਾਣਗੇ, ਜਿਨ੍ਹਾਂ ਦਾ ਸਮਾਂ ਪੂਰਾ ਹੋ ਗਿਆ, ਉਦੋਂ ਵੀ ਨਿਰੰਕਾਰ ਅਕਾਲ ਪੁਰਖ ਆਪਣੀ ਮਿਹਰ ਇਹਦੂ ਸੰਸਾਰ ਦੇ ਉੱਤੇ ਕਰਦੇ ਹੀ ਰਹਿਣਗੇ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਨਿਰੰਕਾਰ ਕਹਿੰਦੇ ਨੇ ਸਾਰਾ ਸੰਸਾਰ, ਤਿੰਨੇ ਪਵਨ ਜਾਂ ਬੇਅੰਤ ਧਰਤੀਆਂ, ਸਾਰਿਆਂ ਦੇ ਸਿਰਜਣਹਾਰੇ ਨਿਰੰਕਾਰ ਆਪ ਨੇ ਔਰ ਸਾਰੇ ਹੀ ਉਸ ਦੀ ਬੰਦਗੀ ਦੇ ਵਿੱਚ ਜੁੜੇ ਨੇ। ਕਿਸੇ ਵੀ ਰੂਪ ਦੇ ਵਿੱਚ ਜੁੜੇ ਹੋਣ, ਭਾਵੇਂ ਕੋਈ ਮਨਮੁਖ ਵੀ ਹੋਵੇ, ਪਰ ਕਿਤੇ ਨਾ ਕਿਤੇ ਉਹਦੀ ਜ਼ੁਬਾਨ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲ ਹੀ ਜਾਂਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਸਾਰੇ ਜਿਸ ਨੂੰ ਸਭ ਧਿਆਵੇ ਤੁਧ ਜੀ, ਸਾਰੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਸਨ। ਪਹਿਲੇ ਜੋ ਇੱਥੇ ਪਹਿਲਾਂ ਸਭ ਤੋਂ ਜੋ ਜੀਵ ਸਨ, ਜਿਹੜਾ ਕਿ ਭੂਤਕਾਲ ਸਮਾਂ ਬਤੀਤ ਹੋ ਗਿਆ, ਤੇ ਵਰਤਮਾਨ ਸਮੇਂ ਦੇ ਵਿੱਚ ਵੀ ਅੱਜ ਵੀ ਆਪ ਜੀ ਦੀ ਹੀ ਆਰਾਧਨਾ ਦੇ ਵਿੱਚ ਜੁੜੇ ਹੋਏ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪ ਜੀ ਦਾ ਇੱਕ ਖੇਲ ਉਚਾਰਨ ਕੀਤਾ ਹੋਇਆ, ਇੱਥੇ ਬੜੇ ਬੇਅੰਤ ਆ ਰਹੇ ਨੇ, ਬੇਅੰਤ ਜਾ ਰਹੇ ਨੇ, ਉਹ ਸਾਰੇ ਆਪ ਜੀ ਦੀ ਹੀ ਆਰਾਧਨਾ ਦੇ ਵਿੱਚ, ਆਪ ਜੀ ਦੀ ਭਗਤੀ ਦੇ ਵਿੱਚ, ਆਪ ਜੀ ਨੂੰ ਹੀ ਧੰਨ ਧੰਨ ਤੇ ਉੱਚੇ ਤੋਂ ਉੱਚਾ ਪੁਰਸ਼ ਆਖ ਕੇ ਆਪ ਜੀ ਦੀ ਬੰਦਗੀ ਤੇ ਵਡਿਆਈ ਕਰਨਗੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। हे ਅਕਾਲ ਪੁਰਖ ਸੱਚੇ ਪਾਤਸ਼ਾਹ, ਤੁਸੀਂ ਸਾਰਿਆਂ ਦੇ ਵਿੱਚ ਸਰਬ ਵਿਆਪਕ ਹੋ ਜੋਤ ਰੱਖ ਕੇ, ਸਭ ਮੈਂ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਜਦੋਂ ਗੁਰੂ ਸਾਖੀ ਬਣ ਜਾਂਦਾ, ਮਿੱਤਰ ਬਣਾ ਲੈਨੇ ਆਪਾਂ ਉਹਨੂੰ, ਸਾਡਾ ਅਟੁੱਟ ਪਿਆਰ ਪ੍ਰੇਮ ਉਹਦੇ ਨਾਲ ਪੈ ਜਾਂਦਾ। ਉਸ ਲਈ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਡੇ ਅੰਦਰੋਂ ਹੀ ਕਿਰਪਾ ਕਰਕੇ ਸਾਨੂੰ ਆਪਣਾ ਰੂਪ ਦਿਖਾ ਦਿੰਦੇ ਨੇ। ਨਿਰਗੁਣ ਦੀ ਗੱਲ ਸਾਰੀ ਹੋਈ ਹੈ। ਕਹਿੰਦੇ ਸਭ ਜੀ ਤੁਮਾਰੇ ਜੀ, ਇਹ ਸਾਰੇ ਜੋ ਵੀ ਤੁਸੀਂ ਤਿੰਨਾਂ ਭਵਨਾਂ ਦੇ ਵਿੱਚ ਜੀ ਜੰਤ ਬਣਾਏ ਨੇ ਨਿਰੰਕਾਰ, ਇਹ ਸਾਰੇ ਆਪ ਜੀ ਦੀ ਕਿਰਪਾ ਦੇ ਨਾਲ ਸੰਸਾਰ ਦੇ ਉੱਤੇ ਆਏ ਨੇ। ਆਪ ਹੀ ਸਾਰਿਆਂ ਦੇ ਦਾਤੇ ਹੋ, ਆਪ ਨੂੰ ਸਾਰਿਆਂ ਦੇ ਪ੍ਰਤਪਾਲਕ ਹੋ। ਜਿੱਦਾਂ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਨੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਜੇ ਸਹਿਜ ਖਲਾਇਦਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖਦਾਇਕ। ਆਪ ਇਸ ਤਰ੍ਹਾਂ ਦੇ ਹੋ ਨਿਰੰਕਾਰ ਜੀ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰਾ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖਣ ਵਾਲੇ ਸੰਤੋ, ਉਸ ਦੀ ਹੀ ਹਰ ਵੇਲੇ ਇੱਕ ਦੀ ਹੀ ਆਰਾਧਨਾ ਕਰੋ, ਇੱਕ ਦੇ ਨਾਮ ਦੇ ਨਾਲ ਜੁੜੋ। ਸਾਰੇ ਦੁੱਖਾਂ ਦਾ ਉਹ ਜਿਹੜਾ ਅਕਾਲ ਪੁਰਖ ਹੈ, ਸਾਰੇ ਦੁੱਖ ਦੂਰ ਕਰਨ ਵਾਲਾ ਹੈ। ਸਾਰੇ ਦੁੱਖ
ਦੂਰ ਕਰਨ ਦਾ ਬਲ ਵੀ ਉਹਦੇ ਵਿੱਚ ਹੀ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਉਹ ਤਾਂ ਅਕਾਲ ਪੁਰਖ ਨਿਰੰਕਾਰ ਏਡਾ ਮਿਹਰਬਾਨ ਦਿਆਲੂ ਕਿਰਪਾਲੂ ਹੈ, ਆਪੇ ਹੀ ਠਾਕਰ ਹੈ, ਆਪੇ ਹੀ ਸਾਰਿਆਂ ਦਾ ਕਰਤਾ ਹੈ, ਆਪੇ ਹੀ ਸਾਰਿਆਂ ਨੂੰ ਦਾਤਾਂ ਦੇ ਰਿਹਾ ਤੇ ਆਪ ਹੀ ਸੇਵਕ ਹੈ। ਹੁਣ ਇੱਥੇ ਆਪਾਂ ਨੂੰ ਇਹਦਾ ਗਿਆਨ ਹੋ ਜਾਂਦਾ ਕਿ ਸਾਡੇ ਅੰਦਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਜੋਤ ਜਿਹੜੀ ਹੈ ਉਹੀ ਇਸ ਵੇਲੇ ਸਾਡਾ ਸਾਰੇ ਕੰਮ ਕਰ ਰਹੇ ਨੇ। ਜਦੋਂ ਉਹ ਜੋਤ ਜਾਂ ਉਸ ਆਤਮਾ ਇਹ ਸਰੀਰ ਨੂੰ ਛੱਡ ਜਾਂਦੀ ਆ ਭਾਈ, ਉਸ ਵੇਲੇ ਜਿਹੜਾ ਇਹ ਸਰੀਰ ਹੈ ਇਹ ਬਲਹੀਣ ਹੋ ਜਾਂਦਾ ਕਿ ਮਿੱਟੀ ਦਾ ਪੁੱਤਰਾ ਮਿੱਟੀ ਦੇ ਵਿੱਚ ਜਾ ਕੇ ਰਲ ਜਾਂਦਾ ਹੈ। ਤਾਂ ਹੀ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਨੇ ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ। ਆਪਾਂ ਉਹ ਜੋਤ ਨੂੰ ਪਵਿੱਤਰ ਕਰਕੇ ਇਸ ਸੰਸਾਰ ਦੇ ਉੱਤੋਂ ਜਾਣਾ ਕਿ ਉਸ ਪ੍ਰਮਾਤਮਾ ਦੇ ਨਾਲ ਮਿਲਾ ਲੈਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਇਹ ਕੰਮ ਹੈ, ਉਹਦੇ ਦੱਸੇ ਹੋਏ ਮਰਿਆਦਾ ਦੇ ਵਿੱਚ ਰਹਿ, ਉਹਦੀ ਦੱਸੀ ਹੋਈ ਮਰਿਆਦਾ ਜਿਹੜੀ ਹੈ, ਉਹਦਾ ਜਿਹੜਾ ਹੁਕਮ ਹੈ, ਉਹਦਾ ਜਿਹੜਾ ਪਾਣਾ, ਉਹਦੇ ਵਿੱਚ ਆਪਣਾ ਜੀਵਨ ਬਤੀਤ ਕਰ। ਤੂੰ ਜਨ ਬਣ ਜਾ, ਆਪਣੇ ਆਪ ਨੂੰ ਕਿਸੇ ਜਗ੍ਹਾ ਦੇ ਉੱਤੇ ਸਹਿਲਾਈ ਨਾ। ਨਿਰੰਕਾਰ ਕਹਿੰਦੇ ਨੇ ਕਿ ਉਹ ਜੰਤ ਵਿਚਾਰਾ ਜਿਹੜਾ ਇਸ ਸੰਸਾਰ ਦੇ ਉੱਤੇ ਜੀਵ ਆਇਆ, ਉਹ ਆਪ ਜੀ ਦੀ ਕਿਸ ਰੂਪ ਦੇ ਨਾਲ ਵਡਿਆਈ ਕਰ ਸਕਦਾ? ਆਪ ਕਥਨ ਦੇ ਵਿੱਚ ਨਹੀਂ ਆਉਣ ਵਾਲੇ ਹੋ। ਤੂੰ ਕਟ ਕਟ ਅੰਤਰ ਸਰਗ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਨਿਰੰਕਾਰ ਤੁਸੀਂ ਹਰ 84 ਲੱਖ ਜੂਨ ਪਾ ਕੇ ਚਾਰੇ ਖਾਣੀਆਂ ਦੇ ਨਾਹੀ ਅੰਡਜ ਜੇਰ ਅਜ ਸੇਤ ਉਤਪਜ ਰਾਹੀਂ ਜੋ ਸੰਸਾਰ ਦੇ ਉੱਤੇ ਆਏ ਨੇ, ਉਹਨਾਂ ਸਾਰਿਆਂ ਦੇ ਵਿੱਚ ਆਪ ਹੀ ਵਸੇ ਹੋਏ ਹੋ, ਆਪ ਜੀ ਦੀ ਹੀ ਜੋਤ ਹੈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਇੱਕ ਆਸਣ, ਇਹ ਨਿਰੰਤਰ ਜਾਣ ਕੇ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਆਪ ਜੀ ਦਾ ਵਾਸਾ ਨਹੀਂ ਹੈ। ਇਸ ਤਰ੍ਹਾਂ ਆਪਾਂ ਅੱਖ ਗੁਰਮੁਖੋਂ ਬਣਾਉਣੀ ਹੈ। ਹਰ ਇੱਕੋ ਪੁਰਖ ਸਮਾਣਾ, ਸਾਰਿਆਂ ਦੇ ਵਿੱਚ ਇੱਕੋ ਹੀ ਹੈ, ਆਪ ਦੇ ਬਰੋਬਰ ਦੂਜਾ ਕੋਈ ਹੋਰ ਨਹੀਂ ਹੈ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਨਿਰੰਕਾਰੇ ਤਾਂ ਆਪ ਜੀ ਦੀ ਰਜਾ ਹੈ, ਆਪ ਜੀ ਦਾ ਹੁਕਮ ਹੈ, ਆਪ ਜੀ ਦੀ ਖੇਡ ਹੈ। ਕਈਆਂ ਨੂੰ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਦਾਤੇ ਸੰਸਾਰ ਦੇ ਬਣਾ ਦਿੰਦੇ ਹੋ, ਤੇ ਕਈਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਭੀਖ ਮੰਗਣ ਵਾਲੇ ਬਣਾ ਦਿੰਦੇ ਹੋ, ਗੁਰਮੁਖ ਤੇ ਮਨਮੁਖ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਨਿਰੰਕਾਰ ਮੈਨੂੰ ਭਰੋਸਾ ਦੇ, ਮੇਰੇ ਮਨ ਨੂੰ ਇੱਕ ਟਿਕਾ ਦੇ ਵਿੱਚ ਟਿਕਾ ਦੇ, ਕਿਉਂਕਿ ਤੁਸੀਂ ਆਪ ਹੀ ਦਾਤੇ ਹੋ, ਆਪੇ ਹੀ ਦਾਤਾਂ ਦੇਣ ਵਾਲੇ ਹੋ, ਆਪੇ ਹੀ ਸਤਿਗੁਰ ਦਾਤਾਂ ਦੇ ਕੇ ਉਹਨਾਂ ਨੂੰ ਭੋਗਣ ਵਾਲੇ ਵੀ ਆਪ ਹੀ ਹੋ। ਤੁਹਾਡੇ ਤੋਂ ਬਗੈਰ ਹੋਰ ਮੈਂ ਕਿਸੇ ਨੂੰ ਨਾ ਜਾਣਾ। ਤੂੰ ਪਾਰ ਭਰਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। हे ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਤਾਂ ਪਾਰ ਬ੍ਰਹਮ ਹੋ, ਜਿਹਦੀ ਵਡਿਆਈ ਐ ਮਿੱਟੀ ਦਾ ਪੁਤਲਾ ਬਿਲਕੁਲ ਨਹੀਂ ਕਰ ਸਕਦਾ। ਆਪ ਬੇਅੰਤ ਹੋ, ਬੇਅੰਤ ਹੋ। ਜਿੰਨਾ ਅਸੀਂ ਵਡਿਆਈ ਕਰਦੇ ਹੋ, ਆਪ ਉਹ ਤੋਂ ਬਹੁਤ ਉੱਚੇ ਹੋ ਕਿ ਇਹ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਇਹ ਪੁਤਲਾ ਹੈ, ਜਿਹਦੇ ਵਿੱਚ ਇਹ ਤੱਤ ਵੀ ਇਹਦਾ ਆਪਣਾ ਕੋਈ ਨਹੀਂ ਕਿ ਉਹ ਤੇਰੇ ਗੁਣ ਆਖ ਸਕੇ। ਜੋ ਸੇ ਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਆਪ ਤਾਂ ਇਹਨੇ ਦਇਆ ਦੇ ਦਾਤੇ ਹੋ ਸਤਿਗੁਰ, ਜਿਹੜੇ ਆਪ ਜੀ ਦੀ ਬੰਦਗੀ ਕਰਦੇ ਨੇ, ਜਿਹੜੇ ਸੱਚਮੁੱਚ ਆਪ ਜੀ ਦੇ ਪਿਆਰੇ ਬਣ ਜਾਂਦੇ ਨੇ, ਆਪ ਜੀ ਦੇ ਭਗਤ ਬਣ ਜਾਂਦੇ ਨੇ, ਆਪ ਜੀ ਦੇ ਸੰਤ ਬਣ ਜਾਂਦੇ ਨੇ, ਆਪ ਜੀ ਦੇ ਜਨ ਬਣ ਜਾਂਦੇ ਨੇ। ਆਪ ਨਿਰੰਕਾਰ ਉਹਨਾਂ ਦੇ ਉੱਤੋਂ ਬਲਿਹਾਰੇ 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 ਜਾਂਦੇ ਹੋ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਅਕਾਲ ਪੁਰਖ ਨਿਰੰਕਾਰ ਜਿਨ੍ਹਾਂ ਨੇ ਪਹਿਲਾਂ ਵੀ ਆਪ ਜੀ ਦੀ ਆਰਾਧਨਾ ਕੀਤੀ, ਆਪ ਜੀ ਦਾ ਹੀ ਜਪ ਤਪ ਕੀਤਾ, ਔਰ ਅੱਜ ਦੇ ਸਮੇਂ ਦੇ ਵਿੱਚ ਵੀ ਆਪ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਔਰ ਅਗਾਂਹ ਦੇ ਸਮੇਂ ਦੇ ਵਿੱਚ ਵੀ ਆਪ ਜੀ ਦੀ ਪਿਆਰੀ ਦਾਤ ਤੇ ਨਾਮ ਦੇ ਨਾਲ ਹੀ ਜੁੜੇ ਰਹਿਣਗੇ। ਉਹ ਸਦਾ ਹੀ ਇਦੂ ਸੰਸਾਰ ਦੇ ਉੱਤੇ ਸੁਖ ਪਾਉਣਗੇ। ਉਹਨਾਂ ਦਾ ਜੀਵਨ ਜਿਹੜਾ ਹੋਗਾ ਸੁਖਾਂ ਭਰਿਆ ਹੋਵੇਗਾ, ਔਰ ਸੁਖਾਂ ਭਰਿਆ ਹੈ, ਔਰ ਸੁਖਾਂ ਭਰਿਆ ਸੀ। ਸੇ ਮੁਕਤ ਪਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਨਿਰੰਕਾਰ ਸੱਚੇ ਪਾਤਸ਼ਾਹ ਜੀਓ,
ਉਹ ਸੇ ਮੁਕਤ ਪੈ, ਉਹ ਤਾਂ ਮੁਕਤੀ ਦਾ ਦਰ, ਮੁਕਤੀ ਦੀ ਪਦਵੀ ਹਾਸਲ ਕਰਕੇ ਇਦੂ ਸੰਸਾਰ ਤੋਂ ਆਪ ਜੀ ਦੇ ਜਨਮਣ ਕੇ, ਆਪ ਜੀ ਦੀ ਬੰਦਗੀ ਕਰਕੇ, ਆਪ ਜੀ ਦੇ ਹੁਕਮ ਦੇ ਵਿੱਚ ਚੱਲ ਕੇ ਇਸ ਸੰਸਾਰ ਤੋਂ ਮੁਕਤ ਹੋ ਕੇ ਚਲੇ ਗਏ। ਜੀਵਨ ਦੀ ਬਾਜੀ ਨੂੰ ਉਹਨਾਂ ਨੇ ਜਿੱਤ ਲਿਆ, ਜਿੱਤ ਕੇ ਤੋਂ ਚਲੇ ਗਏ ਕਿਹਨਾਂ ਨੇ? ਜਿਨ੍ਹਾਂ ਨੇ ਆਪ ਜੀ ਦੀ ਆਰਾਧਨਾ ਕੀਤੀ। ਤੇ ਇੱਥੇ ਤੱਕ ਵੀ ਨਿਰੰਕਾਰ ਆਪ ਜੀ ਕਿਰਪਾ ਕਰਦੇ ਹੋ। ਉਹ ਜਿਹੜੇ ਜਮ ਨੇ ਉਹ ਫਿਰ ਕਦੀ ਵੀ ਆਪ ਜੀ ਦੇ ਪਿਆਰੇ ਦੇ ਕੋਲ ਨਹੀਂ ਆਉਂਦੇ। ਜਮਾਂ ਦੀ ਫਾਸੀ ਵੀ ਟੁੱਟ ਜਾਂਦੀ ਹੈ ਆਪ ਜੀ ਦੀ ਬੰਦਗੀ ਦੇ ਤੇ ਆਰਾਧਨਾ ਦੇ ਨਾਲ ਜੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਹ ਨਿਰਭਉ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਪੁਰਾਤਨ ਸਮੇਂ ਦੇ ਵਿੱਚ ਕੀਤੀ, ਜੋ ਭੂਤਕਾਲ ਤੇ ਅੱਜ ਕਰ ਰਹੇ ਨੇ, ਵਰਤਮਾਨ ਸਮੇਂ ਦੇ ਵਿੱਚ, ਭਵਿੱਖ ਜੋ ਸਮਾਂ ਆਉਣ ਵਾਲਾ ਉਹਦੇ ਵਿੱਚ ਕਰਨਗੇ, ਆਪ ਜੀ ਦੀ ਰੋਹ ਰੀਤੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਾਰੇ ਡਰਾਂ ਵਾਲੇ ਤੱਤਾਂ ਨੂੰ ਤੁਸੀਂ ਖਤਮ ਕਰ ਦਿੰਦੇ ਹੋ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਇਹ ਤਿੰਨਾਂ ਸਮਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਵੇਲੇ ਗੱਲ ਕਰਦੇ ਨੇ। ਜਦੋਂ ਇਹ ਦੋ ਵਾਰੀ ਉਚਾਰਨ ਕਰਦੇ ਨੇ ਵੀ ਇਹ ਜਦੋਂ ਅਸੀਂ ਨਹੀਂ ਸੀ ਸੰਸਾਰ ਦੇ ਅਕਾਲ ਪੁਰਖ ਪਿਛਲੇ ਸਮੇਂ ਦੇ ਵਿੱਚ ਵੀ ਜਿਨ੍ਹਾਂ ਨੇ ਆਪ ਜੀ ਦੀ ਬੰਦਗੀ ਕੀਤੀ, ਆਰਾਧਨਾ ਕੀਤੀ ਤੇ ਹੁਣ ਵੀ ਕਰ ਰਹੇ ਨੇ, ਤਾਂ ਗਾਹਾਂ ਵੀ ਜਿਹੜੇ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਬੰਦਗੀ ਦੇ ਵਿੱਚੋਂ ਜੋ ਉਹਨਾਂ ਨੂੰ ਵੱਡਾ ਫਲ ਪ੍ਰਾਪਤ ਹੁੰਦਾ ਕਿ ਉਹ ਆਓ ਤੁਹਾਡੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ। ਜਿੱਦਾਂ ਭਗਤ ਰਵਿਦਾਸ ਜੀ ਆਖਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਹਿੰਦੇ ਹੇ ਅਕਾਲ ਪੁਰਖ ਨਿਰੰਕਾਰ, ਹੁਣ ਤੇਰੇ ਮੇਰੇ ਵਿੱਚ ਕੋਈ ਨਹੀਂ ਫਰਕ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਇਹ ਰੂਪ ਤੁਸੀਂ ਉਹਨਾਂ ਦਾ ਬਣਾ ਦਿੰਦੇ ਹੋ। ਆਪ ਐਡੀ ਵੱਡੀ ਕਿਰਪਾ ਦੇ ਦਾਤੇ ਹੋ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਸਤਿਗੁਰ ਜੀ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਕਰਵਾਨ ਜਾਵਾਂ, ਉਹਨਾਂ ਗੁਰਸਿੱਖਾਂ ਦੇ ਕੋਲੋਂ, ਉਹਨਾਂ ਗੁਰਮੁਖ ਪਿਆਰਿਆਂ ਦੇ ਕੋਲੋਂ, ਉਹ ਭਗਤ ਜਨਾਂ ਦੇ ਕੋਲੋਂ, ਆਪ ਜੀ ਦੇ ਸੰਤਾਂ ਦੇ ਤੋਂ ਦੀ ਮੈਂ ਬਲਿਹਾਰੇ ਜਾਵਾਂ। ਵਾਰ ਰੋਮ ਰੋਮ ਕਰਕੇ ਮੈਂ ਉਹਨਾਂ ਨੂੰ ਨਮਸਕਾਰ ਕਰਾਂ ਜਿਨ੍ਹਾਂ ਨੇ ਆਪ ਜੀ ਦੀ ਬੰਦਗੀ ਕਰਕੇ ਜੀਵਨ ਦੀ ਬਾਜੀ ਨੂੰ ਜਿੱਤ ਲਿਆ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤਾ। ਨਿਰੰਕਾਰ ਆਪ ਸਾਰੀਆਂ ਹੀ ਦਾਤਾਂ ਦੇ ਮਾਲਕ ਹੋ, ਜਿਨ੍ਹਾਂ ਦੇ ਉੱਤੇ ਆਪ ਕਿਰਪਾ ਕੀਤੀ ਜਾਂ ਇਸ ਵੇਲੇ ਕਰ ਰਹੇ ਹੋ ਜਾਂ ਅਗਾਂਹ ਕਰੋਗੇ। ਉਹ ਸਾਰਿਆਂ ਨੂੰ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਭਗਤੀ ਦੇ ਭੰਡਾਰ ਹੀ ਦੇ ਦੇਵੋਗੇ, ਭਗਤੀ ਕਰਨ ਦੀ ਜਾਚ ਸਿਖਾ ਦੇਵੋਗੇ। ਔਰ ਭਗਤੀ ਜੋ ਇਸ ਵੇਲੇ ਵੀ ਕਰ ਰਹੇ ਨੇ, ਉਹ ਆਪਣੇ ਜੀਵਨ ਨੂੰ ਸਫਲ ਕਰਕੇ ਤੇਰੇ ਚਰਨਾਂ ਦੇ ਵਿੱਚ ਆਣ ਕੇ ਨਿਵਾਸ ਹੁੰਦੇ ਨੇ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੰਤਾ। ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਜਿਹੜੇ ਤੇਰੇ ਪਿਆਰੇ ਭਗਤ ਨੇ, ਪਿਛਲੇ ਸਮੇਂ 'ਚ ਹੁਣ ਤੇ ਅਗਾਂਹ ਆਪ ਜੀ ਦੀ ਸਲਾਹਣ ਦੇ ਵਿੱਚ, ਆਪ ਜੀ ਦੀ ਬੰਦਗੀ ਦੇ ਵਿੱਚ ਹਰ ਵੇਲੇ ਜੁੜੇ ਰਹਿਣਗੇ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਰੋਮ ਰੋਮ ਕਰਕੇ ਗੁਰਮੁਖ ਰੋਮ ਰੋਮ ਹਵ ਧਿਆਵੇ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਣਗੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਸਦਾ ਹੀ ਆਪ ਨੂੰ ਪਿੱਛੇ ਸਹਲਾਉਂਦੇ ਆਏ ਨੇ ਤੇ ਆਪ ਨੂੰ ਸਦਾ ਸਹਲਾਉਂਦੇ ਰਹਿਣਗੇ। ਹਰ ਅਨੇਕ ਅਨੰਤਾ, ਆਪ ਤਾਂ ਅਨੇਕਾਂ ਰੂਪਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਹੋ, ਔਰ ਇਹ ਸਾਰੇ ਗੁਣਾਂ ਤੋਂ ਆਪ ਉੱਤੇ ਹੋ ਨਿਰੰਕਾਰ ਸੱਚੇ ਪਾਤਸ਼ਾਹ ਜੀ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਹੈ ਜਪੈ ਬੇਅੰਤਾ। ਜੋ ਜੀਵ ਆਪ ਜੀ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਬੰਦਗੀ ਦੇ ਵਿੱਚ ਜੁੜੇ ਹੋਏ ਨੇ, ਜੋ ਆਪ ਜੀ ਦੀ ਪੂਜਾ ਕਰਦੇ ਨੇ। ਹੁਣ ਪੂਜਾ ਅਨੇਕਾਂ ਤਰ੍ਹਾਂ ਦੇ ਰੂਪਾਂ ਦੇ ਵਿੱਚ ਕੀਤੀ ਜਾਂਦੀ ਹੈ। ਵੱਖਰੇ ਵੱਖਰੇ ਜਿਹੜੇ ਧਰਮ ਨੇ ਉਹ ਪੂਜਾ ਦੇ ਉਹਨਾਂ ਦੇ ਢੰਗ ਵੀ ਵੱਖਰੇ ਵੱਖਰੇ ਨੇ। ਇੱਕ ਵਾਰ ਮੈਂ ਇੱਕ ਜਗ੍ਹਾ ਤੇ ਬੈਠਾ ਸੀ, ਕੁਛ ਇਰਾਨੀਅਨ ਪ੍ਰਾਣੀ ਮੇਰੇ ਨਾਲ ਬੈਠੇ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਭਾਈ ਕਿਹੜੀ ਚੀਜ਼ ਨੂੰ ਮੰਨਦੇ ਹੋ। ਉਹ ਕਿਉਂਕਿ ਅਸੀਂ ਇਹ ਦੋਨੋਂ ਜਣਿਆਂ ਨੇ ਮਹਾਰਾਜ ਨੇ ਕਿਰਪਾ ਕੀਤੀ, ਕਾਫੀ ਲੰਬਾ ਸਮਾਂ ਜਿਹੜਾ ਵਾਹਿਗੁਰੂ ਦਾ ਮੰਤਰ ਹੈ ਇਹ ਕਈ ਜਗ੍ਹਾ ਦੇ ਉੱਤੇ ਗੋਰਿਆਂ ਦੇ ਨਾਲ ਕਾਫੀ ਲੰਬਾ ਸਮਾਂ ਅਸੀਂ ਉਹਨਾਂ ਦੇ ਨਾਲ ਇਹਦੀ ਸਾਂਝ ਪਾਈ। ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ, ਉਹਦੇ ਵਿੱਚੋਂ ਵੀ ਬੜਾ ਕੁਝ ਪ੍ਰਾਪਤ ਹੋਣ ਦੇ ਕਾਰਨ ਕਰਕੇ
ਤੇ ਜਿੱਥੇ ਵੀ ਜਾਣਾ ਸੀ ਉੱਥੇ ਬੜੇ ਪ੍ਰੇਮ ਦੇ ਨਾਲ ਉਹਨਾਂ ਦੇ ਕੋਲੋਂ ਪੁੱਛ ਲਈਦਾ ਸਨ। ਬੜੇ ਇੱਥੇ ਮੌਲਵੀ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਦੇ ਨਾਲ ਵੀ ਬੈਠਕ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਉਹ ਜਿਹੜੇ ਇਰਾਨੀਅਨ ਸਨ ਮੈਨੂੰ ਆਖਣ ਲੱਗੇ, ਮਿਸਟਰ ਸਿੰਘ ਅਸੀਂ ਅੱਗ ਦੇ ਸੇਵਕ ਹਾਂ, ਅੱਗ ਦੀ ਪੂਜਾ ਕਰਦੇ। ਮੈਂ ਉਹਨਾਂ ਨੂੰ ਪੁੱਛਿਆ ਉਹ ਕਿਉਂ? ਕਹਿੰਦੇ ਸਭ ਤੋਂ ਵੱਡੀ ਤਾਕਤਵਰ ਇਹ ਚੀਜ਼ ਜਿਹੜੀ ਹੈ ਇਹ ਅੱਗ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਅੱਗ ਦਾ ਕਰਤਾ ਜਿਹੜਾ ਤੁਸੀਂ ਕਦੀ ਉਹਦੇ ਬਾਰੇ ਨਹੀਂ ਸੋਚਿਆ? ਕਹਿੰਦੇ ਨਹੀਂ, ਦੇਖੋ ਜੋ ਸਾਨੂੰ ਵੱਡੇ ਵਡੇਰਿਆਂ ਨੇ ਸਾਨੂੰ ਸਮਝਾਇਆ, ਅਸੀਂ ਅੱਗ ਬਾਲਦੇ ਹਾਂ, ਅੱਗ ਦੇ ਕਦੀ ਉਧਰਲੇ ਪਾਸੇ ਛਾਲ ਮਾਰ ਕੇ ਹੋ ਜਾਂਦੇ ਆ, ਕਦੀ ਉਧਰ। ਇਹ ਇੱਕ ਰੂਪ ਰੱਖਿਆ। ਜੇ ਫਿਰ ਤੁਸੀਂ ਦੇਖੋ ਹਵਨ ਕੀਤੇ ਜਾਂਦੇ ਨੇ, ਉਹ ਪੂਜਾ ਕੀਤੀ ਜਾਂਦੀ ਨੇ। ਜਿਹੜੇ ਬੁੱਧ ਮਤ ਵਾਲੇ ਨੇ, ਜਦੋਂ ਇਹਨਾਂ ਦੇ ਮੰਦਿਰਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਮਲੇਸ਼ੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਇਹ ਕੀ ਕਰਦੇ ਨੇ, ਇਹਨਾਂ ਦੀ ਵੈਸੇ ਭਾਵਨਾ ਦੇਖ ਕੇ ਸਾਨੂੰ ਥੋੜੀ ਜਿਹੀ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਵੀ ਏਡੇ ਤਕੜੇ ਇਹ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਨੇ, ਆਪਣੇ ਭਾਵੇਂ ਇਸ਼ਟ ਦੇ ਨਾਲ ਜੁੜੇ ਹੋਏ ਨੇ, ਔਰ ਬੜੇ ਇਹ ਸਾਨੂੰ ਹੈਰਾਨਗੀ ਕਰਨ ਵਾਲੇ ਨੇ। ਔਰ ਇਹਨਾਂ ਦੀ ਚਾਲ ਬੜੀ ਨਿਰਾਲੀ ਹੈ, ਬੜੇ ਪਿਆਰ ਦੇ ਨਾਲ ਤੁਰਦੇ ਨੇ, ਔਰ ਜਿਹੜਾ ਵੀ ਉੱਥੇ ਆਉਂਦਾ ਉਹਨੂੰ ਬੜਾ ਸਤਿਕਾਰ ਦਿੰਦੇ ਨੇ। ਪਰ ਜਿਹੜੀ ਇਹ ਬੁੱਧਾ ਦੀ ਇਹਨਾਂ ਨੇ ਮੂਰਤੀ ਬਣਾਈ ਹੁੰਦੀ ਆ, ਉਹਦੇ ਮੋਲੇ ਅਨੇਕਾਂ ਤਰ੍ਹਾਂ ਦੇ ਫਲ ਰੱਖ ਕੇ, ਦੁੱਧ ਰੱਖ ਕੇ, ਜਲ ਰੱਖ ਕੇ, ਫਿਰ ਇਹ ਉਹਦੀ ਪੂਜਾ ਕਰਦੇ ਨੇ ਵੀ ਤੂੰ ਭੋਗ ਲਾ। ਹੁਣ ਜਿੱਦਾਂ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਹਾਂ, ਇਹ ਵੀ ਜਿਸੇ ਉਹਦੀ ਉਸੇ ਤਰ੍ਹਾਂ ਪੂਜਾ ਕਰਕੇ ਕੁਝ ਨਾ ਕੁਝ ਮੋਰੇ ਰੱਖ ਕੇ ਫਿਰ ਪੂਜਾ ਕਰਦੇ ਨੇ। ਪਰ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਆਪ ਜੀ ਦੀਆਂ ਪੂਜਾ ਹੋ ਰਹੀਆਂ ਨੇ, ਬੇਅੰਤ ਪੁਰਸ਼ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਹੜੇ ਤੇਰੀ ਇਸ ਰੂਪਾਂ ਦੇ ਵਿੱਚ ਪੂਜਾ ਕਰ ਕਰਕੇ ਇਸ ਜੀਵਨ ਨੂੰ ਸਫਲ ਕਰਕੇ ਜਾਂਦੇ ਹਨ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਬੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਜੀ ਪਹਿਲਾਂ ਆਏ ਤੇ ਆਉਣਗੇ, ਤੇ ਇਸ ਵੇਲੇ ਵੀ ਹਨ, ਜਿਹੜੇ ਤੇਰੇ ਸਿਮਰਤੀਆਂ, ਸ਼ਾਸਤਰ ਔਰ ਵੇਦਾਂ ਦਾ ਗਿਆਨ, ਉਹਨਾਂ ਦੇ ਵਿੱਚੋਂ ਗਿਆਨ ਲੈ ਰਹੇ ਨੇ। ਔਰ ਇਹ ਕਰ ਕਰਕੇ ਉਹ 6 ਤਰ੍ਹਾਂ ਦੇ ਕਰਮ ਜਿਹੜੇ ਨੇ, 6 ਤਰ੍ਹਾਂ ਦੇ ਕਰਮ ਜਿਹੜੇ ਇਥੋਂ ਹਾਸਲ ਕਰ ਲੈਂਦੇ ਨੇ। ਖਟ ਕਰਮ ਕਰੰਤਾ, 6 ਤਰ੍ਹਾਂ ਦੇ ਕਰਮ ਕਰਦੇ ਨੇ, 6 ਤਰ੍ਹਾਂ ਦੀ ਕਿਰਿਆ ਕਰਦੇ ਹਨ। ਉਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਨੇ ਉਹ ਹੈ ਸੰਧਿਆ, ਇਸ਼ਨਾਨ, ਜਪ, ਹੋਮ, ਅਤਿਬ, ਪੂਜਾ, ਦੇਵ ਅਰਚਾ। ਇਹ ਹਨ ਜਾਣੀ ਕਿ ਜਿਹੜੇ 6, ਵਿਦਿਆ ਲੈਣੀ ਤੇ ਦੇਣੀ, ਜਗ ਕਰਨਾ ਤੇ ਕਰਾਉਣਾ, ਦਾਨ ਲੈਣਾ ਤੇ ਦੇਣਾ, ਇਹ ਵੀ 6 ਹਨ। ਵੇਦ ਅਭਿਆਸ, ਤਪ ਗਿਆਨ, ਇੰਦਰੇ ਜਿੱਤ, ਹਿੰਸਾ ਤੇ ਗੁਰ ਸੇਵਾ ਦੇ ਵਿੱਚ ਲੱਗੇ ਰਹਿਣਾ। ਹਿੰਸਾ ਦਾ ਮਤਲਬ ਅੰਦਰੋਂ ਕ੍ਰੋਧ ਨੂੰ ਖਤਮ ਕਰ ਦੇਣਾ। ਇਸ ਤਰ੍ਹਾਂ ਦੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਤੇ ਆਪਣੇ ਕਰਮ ਬਣਾਉਂਦੇ ਨੇ। ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਦਾਤਾਂ ਆਪ ਉਹਨਾਂ ਨੂੰ ਦਾਤਾਂ ਦਿੰਦੇ ਹੋ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਨਿਰੰਕਾਰ ਉਹੀ ਆਪ ਜੀ ਨੂੰ ਸੋਹਣੇ ਲੱਗਦੇ ਨੇ, ਉਹੀ ਜਿਹੜੇ ਆਪ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਕਰ ਲਿਆ, ਜੋ ਭਗਤੀ ਦੇ ਰੰਗ ਦੇ ਵਿੱਚ ਰੰਗੇ ਗਏ, ਉਹੀ ਆਪ ਜੀ ਨੂੰ ਸੋਹਣੇ ਲੱਗਦੇ ਨੇ, ਉਹੀ ਆਪ ਜੀ ਨੂੰ ਪਿਆਰੇ ਲੱਗਦੇ ਨੇ, ਉਹੀ ਆਪ ਜੀ ਨੂੰ ਭਲੇ ਪੁਰਸ਼ ਲੱਗਦੇ ਨੇ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨਾ ਕੋਈ। ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜਿਉ। ਕਹਿੰਦੇ ਤੁਸੀਂ ਏਡੇ ਉੱਚੇ ਤੇ ਸੁੱਚੇ ਹੋ, ਏਡੇ ਮਿਹਰਬਾਨ ਦਿਆਲੂ ਕਿਰਪਾਲੂ ਹੋ, ਕੋਈ ਵੀ ਜੀਵ ਆਪ ਜੀ ਦਾ ਆਦ ਤੇ ਅੰਤ ਨਹੀਂ ਪਾ ਸਕਦਾ, ਨਾ ਆਪ ਜੀ ਦਾ ਗਿਆਨ ਦੇ ਸਕਦਾ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਨਿਰੰਕਾਰ ਤੁਸੀਂ ਪਿਛਲੇ ਯੁੱਗਾਂ ਦੇ ਵਿੱਚ ਵੀ ਇੱਕ ਹੀ ਸੋ, ਸਦਾ ਵੀ ਉੱਥੇ ਵੀ ਸਰਵ ਵਿਆਪਕ ਆਪ ਹੀ ਸੋ। ਉੱਥੇ ਸਾਰੀ ਜਗ੍ਹਾ ਦੇ ਉੱਤੇ ਆਪ ਜੀ ਦਾ ਹੀ ਹੁਕਮ, ਆਪ ਜੀ ਦਾ ਹੀ ਭਾਣਾ, ਆਪ ਜੀ ਦਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਮਰਿਆਦਾ ਲਾਗੂ ਸੀ, ਤੇ ਅੱਜ ਵੀ ਉਸੇ ਤਰ੍ਹਾਂ ਹੈ, ਅਗਾਂਹ ਵੀ ਇਸੇ ਤਰ੍ਹਾਂ ਹੀ ਰਹਿ ਗਿਆ, ਕਿਉਂਕਿ ਆਪ ਨਿਹਚਲ ਕਰਤਾ ਸੋਈ। ਤੁਸੀਂ ਇੱਕ ਅਕਾਲ ਪੁਰਖ ਹੋ ਜਿਹੜੇ ਸਦਾ ਹੀ ਥਿਰ ਰਹਿਣ ਵਾਲੇ ਹੋ। ਤੁਧੇ ਆਪੇ ਭਾਵੈ ਸੋਈ ਵਰਤੈ ਜੀ,
ਤੂੰ ਆਪੇ ਕਰੇ ਸੋ ਹੋਈ। ਮਿਹਰਬਾਨ ਦਿਆਲੂ ਕਿਰਪਾਲੂ ਜੋ ਆਪ ਜੀ ਨੂੰ ਪਾਉਂਦਾ ਹੈ, ਜੋ ਆਪ ਜੀ ਨੂੰ ਅੱਛਾ ਲੱਗਦਾ, ਉਹੀ ਇਹਦੇ ਸੰਸਾਰ ਦੇ ਉੱਤੇ ਵਰਤ ਰਿਹਾ ਹੈ। ਆਪ ਜੀ ਦਾ ਹੁਕਮ ਹੀ ਵਰਤ ਰਿਹਾ ਹੈ। ਤੂੰ ਆਪੇ ਕਰੇ ਸੋ ਹੋਈ। ਜੋ ਆਪ ਜੀ ਨੂੰ ਚੰਗਾ ਲੱਗਦਾ ਤੁਸੀਂ ਉਸੇ ਰੂਪ ਦੇ ਵਿੱਚ ਇਸ ਸੰਸਾਰ ਨੂੰ ਚਲਾ ਰਹੇ ਹੋ। ਤੁਹਾਨੂੰ ਕੋਈ ਹੁਕਮ ਨਹੀਂ ਕਰ ਸਕਦਾ। ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਮਿਹਰਬਾਨ ਦਿਆਲੂ ਕਿਰਪਾਲੂ ਆਪ ਹੀ ਸਾਰੀ ਸ੍ਰਿਸ਼ਟੀ ਦੇ ਹਸਤਨਾ ਭਵਨਾਂ ਦੇ ਕਰਤੇ ਆਪ ਹੋ, ਆਪ ਹੀ ਪ੍ਰਤਪਾਲਕ ਹੋ, ਤੇ ਜਦੋਂ ਸਮਾਂ ਆਉਂਦਾ ਆਪ ਹੀ ਉਹਨਾਂ ਨੂੰ ਵਾਪਸ ਬੁਲਾ ਲੈਂਦੇ ਹੋ। ਜਨ ਨਾਨਕ ਗੁਣ ਗਾਵੇ ਕਰਤਾ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਨਿਰੰਕਾਰ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਨਿਮਰਤਾ ਦੇ ਦਰ ਦੇ ਘਰ ਦੇ ਵਿੱਚ ਲੈ ਕੇ ਜਾਂਦੇ ਨੇ, ਨਿਮਰਤਾ ਦਿਖਾਉਂਦੇ ਨੇ। ਆਪ ਨਿਰੰਕਾਰ ਖੁਦ ਹੁੰਦੇ ਹੋਏ ਕਹਿੰਦੇ ਨੇ ਨਾਨਕ ਜਨ ਬਣ ਕੇ ਉਸ ਅਕਾਲ ਪੁਰਖ ਦੇ ਹੀ ਗੁਣ ਗਾ ਰਿਹਾ ਹੈ, ਜੋ ਸਾਰਿਆਂ ਦਾ ਜਨੋਈ, ਸਾਰਿਆਂ ਨੂੰ ਬਣਾਉਣ ਵਾਲਾ ਹੈ। ਆਸਾ ਮਹਿਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ। ਇਹ ਵੀ ਸ਼ਬਦ ਦੋ ਵਾਰੀ ਸ਼ੋਭਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਨਿਰੰਕਾਰ ਨੇ ਰੱਖਿਆ। ਇੱਕ ਤਾਂ ਇਹ ਜਿਹੜਾ ਕਿ ਆਪਾਂ ਇਸ ਵੇਲੇ ਸੰਧਿਆ ਵੇਲੇ ਸਮੇਂ ਦੇ ਅਰਦਾਸਾਂ ਬੇਨਤੀਆਂ ਦੇ ਸ਼ਬਦ ਨੇ ਉਹਦੇ ਵਿੱਚ, ਤੇ ਦੂਸਰਾ ਇਹ 365 ਅੰਗ ਦੇ ਉੱਤੇ 365 ਅੰਗ ਦੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਨੂੰ ਸ਼ੋਭਤ ਕਰਨਗੇ। ਪਰ ਇੱਥੇ ਸਿਰਫ ਮਹਾਰਾਜ ਨੇ ਆਸਾ ਮਹੱਲਾ ਚੌਥਾ ਲਿਖਿਆ, ਗਾਂ ਜਾ ਕੇ ਲਿਖਦੇ ਨੇ ਆਸਾ ਮਹੱਲਾ ਚੌਥਾ ਘਰ ਦੂਜਾ। ਉੱਥੇ ਵੀ ਜਿਹੜੇ ਰਾਗੀ ਸੱਜਣ ਨੇ ਉਹਨਾਂ ਨੂੰ ਸਤਿਗੁਰ ਹਦਾਇਤ ਦਿੰਦੇ ਨੇ ਵੀ ਤੁਸੀਂ ਕਿਹੜੇ ਘਰ ਦੇ ਵਿੱਚ ਇਸ ਨੂੰ ਗਾਉਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਸਤਿਗੁਰ ਜੀ ਜੀਵ ਨੂੰ ਅਰਦਾਸ ਕਰਨ ਦਾ ਅੰਦਾਜ਼ ਸਿਖਾਉਂਦੇ ਨੇ। ਕਹਿੰਦੇ ਨੇ ਵੀ ਭਾਈ ਤੂੰ ਆਣ ਕੇ ਇਹਦੇ ਚਰਨਾਂ ਦੇ ਵਿੱਚ ਡਿੱਗ ਜਾ, ਇਹਦੇ ਚਰਨਾਂ ਦੇ ਵਿੱਚ ਆਣ ਕੇ ਆਪਣੇ ਆਪ ਨੂੰ ਤਿਆਗ ਕੇ ਇਹਦਾ ਜਨ ਬਣ ਜਾ। ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਅਰਦਾਸ ਦਾ ਇੱਕ ਰੂਪ ਦੱਸਦੇ ਨੇ, ਤੂੰ ਕਰਤਾ ਸਚਿਆਰ ਮੈਡਾ ਸਾਈ। ਮੈਡਾ ਹੁੰਦਾ ਮੇਰਾ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਤੁਸੀਂ ਇਹ ਸੰਸਾਰ ਦੇ ਕਰਤੇ ਹੋ ਤੇ ਮੇਰੇ ਸੱਚੇ ਮਾਲਕ ਵੀ ਤੁਸੀਂ ਹੋ। ਜੋ ਤੂੰ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਇਹ ਅਕਾਲ ਪੁਰਖ ਜਿਹੜੀ ਗੱਲ ਆਪ ਜੀ ਨੂੰ ਚੰਗੀ ਲੱਗਦੀ ਹੈ, ਆਪ ਉਹੀ ਮੇਰੀ ਰਸਨਾ ਤੋਂ ਕਢਾਉਂਦੇ ਹੋ। ਜਿਉਂ ਬੁਲਾਵੇ ਤਿਉ ਨਾਨਕ ਦਾਸ ਬੋਲੇ। ਉਹੀ ਗੱਲ ਆਪ ਜੀ ਦੇ ਕਢਾਉਂਦੇ ਹੋ, ਤੇ ਜੋ ਪਦਾਰਥ ਆਪ ਜੀ ਨੂੰ ਚੰਗੇ ਲੱਗਦੇ ਹੋ ਸਤਿਗੁਰ ਜੀ, ਉਹੀ ਤੁਸੀਂ ਸਾਡੇ ਗਰੀਬਾਂ ਦੇ ਉੱਤੇ ਮਿਹਰ ਕਰਕੇ ਸਾਡੀਆਂ ਝੋਲੀਆਂ ਵਿੱਚ ਪਾਉਂਦੇ ਹੋ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਸਾਰੀ ਸ੍ਰਿਸ਼ਟੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹਨਾਂ ਦੇ ਉੱਤੇ ਤੇਰੀ ਮਿਹਰ ਹੋ ਜਾਂਦੀ, ਤੇਰੀ ਰਹਿਮ ਹੋ ਜਾਂਦੀ, ਤੇਰੀ ਕਿਰਪਾ ਹੋ ਜਾਂਦੀ, ਉਹ ਤੇਰੇ ਨਾਮ ਦੇ ਨਾਲ ਜੁੜ ਜਾਂਦੇ, ਤੇਰੇ ਚਰਨਾਂ ਦੇ ਵਿੱਚ, ਤੇਰੇ ਚਰਨਾਂ ਦੇ ਨਾਲ ਹਰ ਵੇਲੇ ਧਿਆਨ ਨੂੰ ਜੋੜ ਕੇ ਰੱਖਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਫਿਰ ਜਿਹੜੇ ਜਨ ਬਣ ਕੇ ਤੇਰੇ ਦਰ ਦੇ ਉੱਤੇ ਆਣ ਕੇ ਢਹਿ ਪਏ, ਫਿਰ ਕੀ ਆਪ ਕਿਰਪਾ ਕਰਦੇ ਹੋ। ਜਿਸ ਨੂੰ ਕਿਰਪਾ ਕਰੇ, ਜਿਹਦੇ ਉੱਤੇ ਆਪ ਦਿਆਲਤਾ ਮਿਹਰ ਭਰਿਆ ਹੱਥ ਰੱਖਦੇ ਹੋ, ਸਮਰੱਥ ਗੁਰੂ ਸਿਰ ਹੱਥ ਧਰਿਓ। ਤੇ ਫਿਰ ਕਹਿੰਦੇ ਉਹਨਾਂ ਨੇ ਉਹ ਰਤਨ ਨਾਮ ਰਤਨ, ਜਿਹਦੀ ਕੀਮਤ ਹੀ ਕਿਸੇ ਤਰ੍ਹਾਂ ਵੀ ਕਦੀ ਨਹੀਂ ਪਾ ਸਕਦੀ, ਕੋਈ ਵੀ ਚੀਜ਼ ਉਹਦੇ ਬਰਾਬਰ ਹੋਰ ਨਹੀਂ। ਉਹ ਨਾਮ ਰੂਪੀ ਰਤਨ ਅੰਦਰੋਂ ਹੀ ਪ੍ਰਗਟ ਕਰ ਦਿੰਦੇ ਹੋ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਜਿਨ੍ਹਾਂ ਤੇ ਕਿਰਪਾ ਹੋ ਗਈ, ਗੁਰਮੁਖ ਬਣ ਗਏ, ਉਹਨਾਂ ਨੇ ਆਪ ਜੀ ਨੂੰ ਪਹਿਚਾਨ ਲਿਆ। ਪਰ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪੱਲਾ ਛੱਡ ਕੇ ਆਪਣੇ ਮਨ ਦੇ ਮਗਰ ਲੱਗੇ ਹੋਏ ਨੇ, ਤੇ ਮਾਲਕ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਇਹ ਰਤਨਾ ਵਰਗਾ ਨਾਮ ਨਾ ਪ੍ਰਾਪਤ ਕੀਤਾ, ਸਗਾ ਉਹਨਾਂ ਨੇ ਗਵਾ ਲਿਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਇਹ ਤੇ ਗਵਾਇਆ ਦਾ ਮਤਲਬ ਇਹ ਵੀ ਨਿਕਲਦਾ ਕਿ ਉਹਨਾਂ ਨੇ ਆਪਣਾ ਜੀਵਨ ਅਜਾਈ ਹੀ ਇਦੂ ਸੰਸਾਰ ਦੇ ਉੱਤੇ ਗਵਾ ਲਿਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਨਿਰੰਕਾਰ ਤੇਰਾ ਭਾਣਾ ਹੈ, ਤੇਰੀ ਕਿਰਪਾ ਹੈ। ਜੋ ਆਪ ਜੀ ਨੂੰ ਪਾਉਂਦਾ ਹੁੰਦਾ ਉਹ ਹੀ ਹੈ ਨਾ। ਆਪ ਹੀ ਤੁਸੀਂ ਜੋੜਨ ਵਾਲੇ ਹੋ ਤੇ ਆਪ ਹੀ ਤੁਸੀਂ ਵਿਛੋੜਨ ਵਾਲੇ ਹੋ। ਜਿਹੜੇ ਆਪ ਜੀ ਨੂੰ ਪਿਆਰੇ ਲੱਗਦੇ ਨੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦੇ ਹੋ,
ਜਿਹੜੇ ਮਨ ਦੀ ਮੱਤ ਮਗਰ ਤੁਰੇ ਫਿਰਦੇ ਨੇ ਉਹਨਾਂ ਨੂੰ ਸੰਸਾਰ ਦੀ 84 ਲੱਖ ਜੂਨ ਦੇ ਵਿੱਚ ਘੁਮਾਉਂਦੇ ਹੋ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਤਾਂ ਇੱਕ ਡੂੰਘੇ ਸਮੁੰਦਰ ਹੋ, ਦਰਿਆ ਹੋ ਤੁਸੀਂ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਤੋਂ ਬਗੈਰ ਦੂਜਾ ਹੋਰ ਹੈ ਵੀ ਸੰਸਾਰ ਦੇ ਉੱਤੇ ਨਾ ਪਹਿਲਾਂ ਕੋਈ ਸੀ, ਨਾ ਅੱਜ ਦੇ ਸਮੇਂ ਦੇ ਵਿੱਚ ਕੋਈ ਆ, ਤੇ ਨਾ ਹੀ ਨਿਰੰਕਾਰ ਅਗਾਂਹ ਹੋਏਗਾ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਸਤਿਗੁਰ ਜੀ ਇਦੋਂ ਤਿੰਨਾਂ ਭਵਨਾਂ ਦੇ ਵਿੱਚ ਜੋ ਆਪਨੇ ਜੀਵ ਜੰਤੂ ਬਣਾਏ ਨੇ, ਭਾਵੇਂ ਉਹ ਨਿੱਕੀ ਕੀੜੇ ਤੋਂ ਕੀੜਾ ਹੈ ਤੇ ਵੱਡੇ ਤੋਂ ਵੱਡੇ ਹਾਥੀ ਤੋਂ ਵੀ ਵੱਡਾ ਕੋਈ ਹੋਰ ਹੋਏਗਾ ਜਿਹਦਾ ਸਾਨੂੰ ਗਿਆਨ ਕੋਈ ਨਹੀਂ, ਜਾਂ ਇਹ ਜਿਹੜੀ ਮਨੁੱਖਾ ਦੇਹ ਦੇ ਵਿੱਚ ਸਾਨੂੰ ਬਣਾਇਆ ਨਿਰੰਕਾਰ, ਇਹ ਸਾਰਾ ਆਪ ਜੀ ਦਾ ਹੀ ਪ੍ਰਤਾਪ ਹੈ, ਆਪ ਜੀ ਦਾ ਹੀ ਇੱਕ ਖੇਡ ਹੈ। ਨਿਰੰਕਾਰ ਜੀ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹੜੇ ਵਿਜੋਗ ਦਾ ਮਤਲਬ ਹੁੰਦੇ ਜਿਹੜੇ ਕਿ ਤੁਹਾਡੇ ਨਾਲ ਟੁੱਟੇ ਨੇ, ਸ਼ੁਭ ਕਰਮ ਨਹੀਂ ਕਰ ਰਹੇ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲੋਂ ਵਿਛੜ ਜਾਂਦੇ ਨੇ, ਤੇ ਜਿਨ੍ਹਾਂ ਦੇ ਉੱਤੇ ਆਪ ਜੀ ਦੀ ਰਹਿਮਤ ਹੋ ਦਿੰਦੇ ਨੇ, ਉਹਨਾਂ ਦਾ ਸੰਜੋਗ ਬਣਾ ਦਿੰਦੇ ਹੋ ਆਪ, ਤੇ ਉਹ ਆਪ ਜੀ ਦੇ ਨਾਲ ਹੀ ਮਿਲ ਜਾਂਦੇ ਨੇ। ਇਸ ਮਾਰੇ ਕਹਿੰਦੇ ਸੰਜੋਗ ਵਿਜੋਗ ਜਿਹੜੇ ਨੇ, ਸੰਜੋਗ ਵਿਜੋਗ ਮੇਰੇ ਪ੍ਰਭ ਕੀਏ, ਸ੍ਰਿਸ਼ਟ ਪਾਏ ਦੁੱਖਾਂ ਸੁਖ ਦੀਏ। ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਦੋ ਖੇਡਾਂ ਰੱਖੀਆਂ ਹੋਈਆਂ ਨੇ। ਇਹ ਉਹਦੀ ਰਜ਼ਾ ਹੈ ਕਿ ਇਹਨੂੰ ਉਹ ਵਿਛੋੜ ਦਿੰਦੇ ਨੇ, ਤੇ ਉਹਦੀ ਰਜ਼ਾ ਹੈ, ਉਹਦੀ ਕਿਰਪਾ ਹੈ ਕਿ ਇਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਇਹ ਸਭ ਆਪ ਜੀ ਦਾ ਹੀ ਖੇਲ ਹੈ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ੍ਹਾਂ ਤੇ ਤੇਰੀ ਕਿਰਪਾ ਹੋ ਜਾਂਦੀ ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੁਸੀਂ ਉਹਨਾਂ ਨੂੰ ਇਹ ਸਹੀ ਮਾਰਗ ਦੇ ਦਰਸ਼ਨ ਕਰਵਾ ਦਿੰਦੇ ਹੋ। ਹਰ ਗੁਣ ਸਦੀ ਆਖ ਵਖਾਣੇ, ਉਹ ਵੀ ਨਿਤਾ ਪ੍ਰਤੀ ਹਰ ਰੋਜ਼ ਦਿਨ ਰਾਤ ਆਪ ਜੀ ਦੀ ਉਸਤਤ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹਨਾਂ ਨੇ ਆਪ ਜੀ ਦੀ ਬੰਦਗੀ ਕੀਤੀ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਉਹਨਾਂ ਨੇ ਦੁੱਖ ਨੂੰ ਵੀ ਸੁੱਖ ਦੇ ਵਿੱਚ ਤਬਦੀਲ ਕਰ ਦਿਆ। ਵੱਡੇ ਤੋਂ ਵੱਡਾ ਦੁੱਖ ਵੀ ਉਹਨਾਂ ਦੇ ਉੱਤੇ ਆਇਆ, ਜਿਹੜੇ ਕਿ ਅਜੂ ਸਮੇਂ ਦੇ ਵਿੱਚ ਆਪਾਂ ਵੀ ਦੇਖੇ ਨੇ, ਪਰ ਉਹਨਾਂ ਨੇ ਦੁੱਖ ਦੇ ਸਮੇਂ ਦੇ ਉੱਤੇ ਸਤਿਗੁਰ ਦਾ ਪੱਲਾ ਨਹੀਂ ਛੱਡਿਆ, ਸੁੱਖ ਦੇ ਸਮੇਂ ਦੇ ਉੱਤੇ ਪੱਲੇ ਨੂੰ ਥਾਮ ਕੇ ਨਹੀਂ ਰੱਖਿਆ। ਉਹਨੇ ਦੁੱਖ ਨੂੰ ਵੀ ਸੁੱਖ ਦੇ ਵਿੱਚ ਤਬਦੀਲ ਕਰ ਲਿਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੇਰੀ ਬੰਦਗੀ ਕਰ ਕਰਕੇ ਜਿਨ੍ਹਾਂ ਨੇ ਇਸ ਦੁੱਖ ਨੂੰ ਸੁੱਖ ਦੇ ਵਿੱਚ ਤਬਦੀਲ ਕਰਕੇ ਜੀਵਨ ਨੂੰ ਇੱਕ ਸਾਰ ਰੱਖਿਆ, ਤੇ ਉਹਨਾਂ ਦੇ ਉੱਤੇ ਆਪ ਐਡੀ ਵੱਡੀ ਕਿਰਪਾ ਕੀਤੀ। ਸਹਿਜੇ ਹੀ ਹਰ ਨਾਮ ਸਮਾਇਆ। ਸਹਿਜੇ ਕਹਿੰਦੇ ਨੇ ਅਡੋਲਤਾ, ਉਹ ਅਡੋਲ ਜੀਵਨ ਵਾਲੇ ਬਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੀ ਕਿਰਪਾ ਦੇ ਨਾਲ ਤੇਰੇ ਨਾਮ ਦੇ ਵਿੱਚ ਹੀ ਸਮਾ ਗਏ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਅਕਾਲ ਪੁਰਖ ਆਪ ਹੀ ਸਾਰਾ ਕੁਝ ਕਰਨ ਵਾਲੇ ਹੋ। ਤੇਰੀ ਕਿਰਪਾ ਦੇ ਨਾਲ ਸਭ ਕੁਝ ਹੋ ਰਿਹਾ। ਤੁਧ ਬਿਨ ਦੂਜਾ ਅਵਰ ਨਾ ਕੋਈ, ਤੇ ਤੋਂ ਬਗੈਰ ਹੋਰ ਕੋਈ ਨਹੀਂ। ਅਨੇਕਾਂ ਆਪਣੇ ਨਾਮ ਦੇ ਨਾਲ ਤਖਲਸ ਗੁਰੂ ਦਾ ਲਾ ਕੇ ਅੱਜ ਵੀ ਸੰਸਾਰ ਤੇ ਤੁਰੇ ਫਿਰਦੇ ਨੇ, ਪਰ ਸਭ ਇਹ ਵੀ ਮਿੱਟੀ ਦੀਆਂ ਢੇਰੀਆਂ ਨੇ। ਇਹਨਾਂ ਨੇ ਇੱਕ ਦਿਨ ਕਬਰਾਂ ਦੇ ਵਿੱਚ ਪੈ ਹੀ ਜਾਣਾ, ਜਾਂ ਲੱਕੜਾਂ ਦੀ ਸੇਹ ਦੇ ਉੱਤੇ ਇਹਨਾਂ ਨੇ ਸੌਂ ਹੀ ਜਾਣਾ, ਅੱਗ ਦੇ ਵਿੱਚ ਝੁਲਸੀ ਜਾਣਾ ਇਹਨਾਂ ਨੇ। ਪਰ ਅਕਾਲ ਪੁਰਖ ਆਪ ਹੀ ਸਦਾ ਸਥਿਰ ਰਹਿਣ ਵਾਲੇ ਹੋ। ਤੁਹਾਤੋਂ ਬਗੈਰ ਦੂਜਾ ਕੋਈ ਨਹੀਂ ਹੈ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਨਿਰੰਕਾਰ ਸਾਰੇ ਖੇਲ ਆਪ ਹੀ ਕਰ ਕਰਕੇ ਦੇਖ ਰਹੇ ਹੋ। ਸੰਸਾਰ ਨੂੰ ਬਣਾ ਵੀ ਰਹੇ ਹੋ, ਤੇ ਸੰਸਾਰ ਨੂੰ ਖਤਮ ਵੀ ਕਰ ਰਹੇ ਹੋ। ਸੰਸਾਰ ਦੀ ਪ੍ਰਤਪਾਲਣਾ ਵੀ ਕਰ ਰਹੇ ਹੋ। ਸੰਸਾਰ ਦੇ ਜੀਵਾਂ ਨੂੰ ਆਪਣੇ ਨਾਲ ਜੋੜ ਵੀ ਰਹੇ ਹੋ, ਤੇ ਸੰਸਾਰ ਦੇ ਜੀਵਾਂ ਨੂੰ ਆਪਣੇ ਨਾਲ ਤੋੜ ਵੀ ਰਹੇ ਹੋ। ਇਹ ਸਭ ਆਪ ਹੀ ਕਰ ਰਹੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਕਹਿੰਦੇ ਜਿਨ੍ਹਾਂ ਨੂੰ ਵੀ ਇਸ ਚੀਜ਼ ਦਾ ਗਿਆਨ ਹੋ ਜਾਂਦਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਗੁਰਮੁਖਾਂ ਵਾਲਾ ਜੀਵਨ ਸੰਸਾਰ ਤੇ ਬਤੀਤ ਕਰਦੇ ਨੇ। ਜੇ ਇੱਕ ਵਾਰ ਮੈਂ ਨਾ ਬੈਠਾ ਨਿਰੰਕਾਰ ਦੇ ਕੋਲੋਂ ਇਹ ਸਵਾਲ ਪੁੱਛਿਆ ਵੀ ਸਤਿਗੁਰ ਜੀ ਕਿਰਪਾ ਕਰੋ ਵੀ ਗੁਰਮੁਖ ਬਹੁਤ ਵਾਰ ਗੁਰਬਾਣੀ ਦੇ ਵਿੱਚ ਆਇਆ, ਵੀ ਗੁਰਮੁਖ ਕਿਹਨੂੰ ਕਿਹਾ ਜਾਂਦਾ ਹੈ, ਸਹੀ ਰੂਪ ਦੇ ਵਿੱਚ ਗੁਰਮੁਖ ਕੌਣ ਹੈ? ਤਾਂ ਉੱਥੇ ਵੀ ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਨੂੰ ਨਿਰੰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ ਹੈ,
ਉਹ ਇਤਿਹਾਸ ਹੈ, ਜਾਣੀ ਕਿ ਸਾਡਾ ਜਿਹੜੇ ਸ਼ਬਦ ਇਹਦੇ ਵਿੱਚ ਆਉਂਦੇ ਨੇ ਜੋ ਮਾਲਕ ਨੇ ਇਹਦੇ ਵਿੱਚ ਉਚਾਰਨ ਕੀਤਾ, ਉਹਦੀ ਵਿਆਖਿਆ ਕੀਤੀ ਹੋਈ ਭਾਈ ਗੁਰਦਾਸ ਜੀ ਨੇ। ਤੇ ਭਾਈ ਗੁਰਦਾਸ ਜੀ ਗੁਰਮੁਖ ਇੱਕੋ ਜੀਵ ਨੂੰ ਆਖਦੇ ਨੇ। ਉਹ ਆਖਦੇ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜਦੋਂ ਸਤਿਗੁਰ ਦੀ ਵਡਿਆਈ ਦੇ ਵਿੱਚ ਬਾਬਾ ਗੁਰਦਾਸ ਜੀ ਜੁੜਦੇ ਨੇ, ਬ੍ਰਹਮ ਗਿਆਨੀ ਨੇ ਆਪ ਤੇ ਜੁੜਦੇ ਨੇ, ਤਾਂ ਉਸ ਵੇਲੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਤਾਂ ਉਹ ਇਹ ਸ਼ਬਦ ਰੱਖਦੇ ਨੇ। ਤੇ ਮੇਰੇ ਮਨ ਨੂੰ ਇਹ ਪਾਉਂਦਾ ਵੀ ਜੇ ਕਮਾਈ ਕਰਕੇ ਆਪਾਂ ਇਸ ਸੰਸਾਰ ਤੋਂ ਉਹਦਾ ਰੂਪ ਬਣ ਜਾਈਏ, ਫਿਰ ਸਾਨੂੰ ਗੁਰਮੁਖ ਅਖਵਾਉਣ ਦਾ ਹੱਕ ਹੈ। ਤਾਂ ਹੀ ਮਹਾਰਾਜ ਇੱਥੇ ਕਹਿੰਦੇ ਨੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਕਹਿੰਦੇ ਫਿਰ ਆਪ ਜੀ ਦੀ ਕਿਰਪਾ ਦੇ ਨਾਲ ਨਾਮ ਦੇ ਵਿੱਚ ਰੰਗੇ, ਮਜੀਠੇ ਰੰਗ ਦੇ ਵਿੱਚ ਰੰਗੇ ਹੋਏ ਜੀਵ ਉਹ ਇਹਨੂੰ ਸੰਸਾਰ ਤੋਂ ਗੁਰਮੁਖ ਬਣ ਕੇ ਤੇਰੇ ਦਰ ਦੇ ਉੱਤੇ ਜਾ ਕੇ ਪ੍ਰਵਾਨ ਹੁੰਦੇ ਹਨ। ਆਸਾ ਮਹਿਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਤਿਤ ਸਰਵਰੜੇ। ਸਰਵਰੜੇ ਹੁੰਦਾ ਸਰੋਵਰ, ਤੇ ਤਿਤ ਇਸ ਸਰੋਵਰ ਵਿੱਚ, ਇਸ ਸੰਸਾਰ ਨੂੰ ਸਰੋਵਰ ਦਾ ਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਪਹਿਲੇ ਤੇ ਜਿਸ ਵੇਲੇ ਇਹਨੂੰ ਇੱਕ ਸਮੁੰਦਰ ਦਾ ਰੂਪ ਦੇ ਦਿੱਤਾ, ਹੁਣ ਆਲੇ ਦੁਆਲੇ ਤੁਸੀਂ ਇਹ ਦੇਖਣਾ ਵੀ 70% ਪਾਣੀ ਹੈ, 70%, ਤੇ ਧਰਤੀ ਕਿੰਨੀ ਕਿਆ ਥੋੜੀ ਰਹਿ ਗਈ ਨਾ। ਸੋ ਮਹਾਰਾਜ ਕਹਿੰਦੇ ਵੀ ਏਦੂ ਸਰੋਵਰ ਦੇ ਵਿੱਚ, ਇਸ ਜਲ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਨੇ ਧਰਤੀ ਦਾ ਉਹ ਜਿਹੜਾ ਕਿ ਸੁੱਕਾ ਥਲ ਹੈ, ਜਿਹੜੀ ਧਰਤੀ ਮਾਤਾ ਸਾਨੂੰ ਆਖਿਆ, ਉਹ ਬਣਾ ਕੇ ਜੀਵਾਂ ਦਾ ਉੱਥੇ ਉਸ ਨੇ ਜੀਵਨ ਦਾ ਉੱਥੇ ਰਹਿਣ ਬਸੇਰਾ ਬਣਾ ਦਿੱਤਾ। ਉਹ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਇਹ ਮਨੁੱਖਾ ਦੇਹ ਵਾਲੇ ਜਿਹੜੇ ਸੰਸਾਰ ਦੇ ਉੱਤੇ ਆਏ ਨੇ, ਇਹ ਵੀ ਉਸ ਸੁੱਕੀ ਜਗ੍ਹਾ ਦੇ ਉੱਤੇ ਰਹਿੰਦੇ ਨੇ। ਬਾਕੀ ਸਾਰੀ ਜਿਹੜੀ ਧਰਤੀ ਹੈ ਉਹ ਪਾਣੀ ਵਾਲੀ ਹੈ। ਤਾਂ ਹੀ ਇੱਥੇ ਕਹਿੰਦੇ ਨੇ ਵੀ ਸਾਰੀ ਧਰਤੀ ਦੇ ਵਿਚਾਰੇ ਸਤਿਗੁਰਾਂ ਨੇ ਥੋੜੀ ਜੀ ਜ਼ਮੀਨ ਬਣਾ ਦਿੱਤੀ। ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆਲੇ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ 7 ਸਮੁੰਦਰਾਂ ਦੇ ਵਿਚਾਲੇ 9 ਖੰਡ ਧਰਤੀ ਸਤਿਗੁਰਾਂ ਨੇ ਸਾਜ ਕੇ ਸਾਡੇ ਵਾਸਤੇ ਉਹ ਰਹਿਣ ਬਸੇਰਾ ਬਣਾ ਦਿੱਤਾ। ਪਰ ਮਹਾਰਾਜ ਕਹਾ ਕਹਿੰਦੇ ਨੇ ਪੰਕਜ ਮੋਹ ਪਗ ਨਾਹੀ ਚਾਲੇ ਹਮ ਦੇਖਾ ਤਾਂ ਡੁੱਬ ਲਈਏ। ਕਹਿੰਦੇ ਨੇ ਪੰਕਜ, ਪੰਕਜ ਕਹਿੰਦੇ ਨੇ ਚਿੱਕੜ ਨੂੰ। ਇਸ ਸੰਸਾਰ ਨੂੰ ਮਾਲਕ ਨੇ ਵਿਕਾਰਾਂ ਦਾ ਸਮੁੰਦਰ ਵੀ ਆਖਿਆ, ਔਰ ਮਾਇਆ ਦਾ ਇੱਥੇ ਬਹੁਤ ਵੱਡਾ ਜਾਲ, ਅਨੇਕਾਂ ਰੂਪਾਂ ਦੇ ਵਿੱਚ ਮਾਇਆ ਇਸ ਸੰਸਾਰ ਦੇ ਉੱਤੇ ਜਿਹੜੇ ਮਨੁੱਖਾਂ ਦੇ ਧਾਰਨ ਕਰਕੇ ਆਏ ਨੇ ਜਾਂ ਹੋਰ ਵੀ ਨੇ, ਉਹਨਾਂ ਸਾਰਿਆਂ ਨੂੰ ਆਪਣੇ ਛਲ ਬਲ ਦੇ ਨਾਲ ਜਿੱਤ ਲੈਂਦੀ ਹੈ, ਫਸਾ ਲੈਂਦੀ ਹੈ, ਚਿੱਕੜ ਦੇ ਵਿੱਚ ਫਸਾ ਲੈਂਦੀ ਹੈ। ਮਾਇਆ ਦੇ ਚਿੱਕੜ ਦੇ ਵਿੱਚ ਡੁੱਬ ਜਾਂਦੇ ਨੇ ਉਹ। ਉਹਨਾਂ ਨੂੰ ਜਿਸ ਵੇਲੇ ਪਤਾ ਹੀ ਨਹੀਂ ਫਿਰ ਲੱਗਦਾ। ਹੁਣ ਜਿਸ ਇਹ ਵੀ ਇੱਥੇ ਇਹ ਵੀ ਦੇਖੋ, ਕੋਈ ਜਾਨਵਰ ਖੰਭਾਂ ਵਾਲਾ ਚਿੱਕੜ ਦੇ ਵਿੱਚ ਡੁੱਬ ਜਾਵੇ, ਉਹਦੇ ਖੰਭਾਂ ਦੇ ਉੱਤੇ ਚਿੱਕੜ ਪੈ ਜਾਵੇ, ਉਹਦੇ ਕੋਲ ਹਿੰਮਤ ਨਹੀਂ ਹੁੰਦੀ ਕਿ ਉੱਡ ਕੇ ਜਾ ਸਕੇ। ਪਰ ਇੱਥੇ ਉਹ ਕੀ, ਫਿਰ ਉਹਨੂੰ ਸੋਝੀ ਆ ਜਾਂਦੀ ਵੀ ਮੈਂ ਥੋੜਾ ਚੱਲ ਕੇ ਜਿਹੜਾ ਜਲ ਉਹਦੇ ਵਿੱਚ ਆਪਣੀ ਇਹ ਮੈਲ ਧੋ ਲਵਾਂ ਤੇ ਮੈਨੂੰ ਉਣ ਦੀ ਹਿੰਮਤ ਮਿਲ ਜਾਏਗੀ। ਤਾਂ ਇੱਥੇ ਮਹਾਰਾਜ ਤਾਂ ਏਦੂ ਰੂਪ ਦੇ ਵਿੱਚ ਕਹਿੰਦੇ ਨੇ, ਕਹਿੰਦੇ ਏਦੂ ਸੰਸਾਰ ਦੇ ਉੱਤੇ ਜਿਹੜੇ ਜੀਵ ਆਏ ਨੇ ਧਰਤੀ ਦੇ ਉੱਤੇ ਜਿਨ੍ਹਾਂ ਦਾ ਵਾਸਾ ਹੈ, ਕਹਿੰਦੇ ਉਹ ਮੋਹ ਰੂਪੀ ਚਿੱਕੜ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੂੰ ਦੇ ਪੈਰ ਇੰਨੇ ਖੁੱਭ ਗਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਪਰਮੇਸ਼ਰ ਵੱਲ ਨੂੰ ਚੱਲਣਾ ਜਾਂ ਨਹੀਂ ਚੱਲਣਾ। ਔਰ ਉਹ ਇੰਨੇ ਮਾਇਆ ਦੇ ਜਲ ਦੇ, ਮਾਇਆ ਦੇ ਵੱਲੋਂ ਜਿਹੜੀਆਂ ਵਸਤੂਆਂ ਬਣਾਈਆਂ ਨੇ ਉਹਨਾਂ ਦੇ ਵਿੱਚ ਇੰਨੇ ਖੁੱਭੇ ਹੋਏ ਨੇ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਵੱਲ ਦੀ ਬੰਦਗੀ, ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਉੱਤੇ ਕਦੀ ਗਏ ਨਹੀਂ। ਫਿਰ ਇੱਥੇ ਉਹ ਕੀ ਹੁੰਦਾ, ਉਹ ਇਹ ਮੋਹ ਦੇ ਵਿੱਚ ਹੀ ਡੁੱਬੇ ਹੋਏ ਇਹ ਜੀਵਨ ਬਤੀਤ ਕਰਕੇ ਚਲੇ ਜਾਂਦੇ ਨੇ। ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ। ਕਹਿੰਦੇ ਇਹ ਦੋ ਰੂਪ ਦੇ ਵਿੱਚ ਰਹਿਣ ਵਾਲੇ ਜੀਵ, ਉਹਨਾਂ ਦੇ ਅੰਦਰ ਜਿਹੜਾ ਮਨ ਹੈ ਉਹਨੂੰ ਮਹਾਰਾਜ ਸੁਚੇਤ ਕਰਦੇ ਨੇ। ਕਹਿੰਦੇ ਮਨਾ, ਤੂੰ ਇੱਕ ਵਾਰੀ ਵੀ ਉਸ ਨੂੰ ਚੇਤਾ ਨਹੀਂ ਕੀਤਾ ਜਿਹਨੇ ਤੈਨੂੰ ਸੁੰਦਰ ਦੇਹ ਦਿੱਤੀ, ਜਿਹਨੇ ਸਾਨੂੰ ਤੈਨੂੰ ਸਾਰੇ ਪਦਾਰਥ ਦਿੱਤੇ। ਮਨਾ, ਇੱਕ ਵਾਰ ਵੀ ਨਹੀਂ ਤੈਂ ਉਹਨੂੰ ਚੇਤੇ ਕੀਤਾ।
ਕਦੀ ਉਹਦੇ ਦਰ ਤੇ ਜਾ ਕੇ ਤੂੰ ਬੰਦਗੀ ਨਹੀਂ ਕੀਤੀ, ਕਦੀ ਤੂੰ ਉਹਦੇ ਦਰ ਤੇ ਜਾ ਕੇ ਸੇਵਾ ਨਹੀਂ ਕੀਤੀ, ਕਦੀ ਤੂੰ ਉਹਦੀ ਇਹ ਜਿਹੜੀ ਸਤਿਗੁਰ ਦੀ ਬਣਾਏ ਹੋਏ ਰੂਪ ਨੇ ਵੱਖਰੇ ਵੱਖਰੇ ਜਿਨ੍ਹਾਂ ਦੇ ਵਿੱਚ ਆਪ ਵਸਿਆ ਹੋਇਆ, ਤੂੰ ਕਦੀ ਉਹਨਾਂ ਦਾ ਕੁਦਰਤ ਦਾ ਵੀ ਤੂੰ ਕਦੀ ਅਨੁਭਵ ਨਹੀਂ ਕੀਤਾ ਕਿ ਅਕਾਲ ਪੁਰਖ ਕਿਹੜੇ ਰੂਪ ਦੇ ਵਿੱਚ ਕਿਹੜੇ ਰੰਗ ਦੇ ਵਿੱਚ ਹੈ। ਕਹਿੰਦੇ ਜੇ ਤੂੰ ਨਹੀਂ ਕੀਤਾ ਨਾ ਤੇ ਮਾਇਆ ਦੇ ਜਾਲ ਦੇ ਵਿੱਚ ਹੀ ਫਸਿਆ ਰਿਹਾ। ਤੇਰੇ ਉਹ ਜਿੰਨੇ ਅੱਛੇ ਗੁਣ ਨੇ, ਤੇਰੇ ਸ਼ੁਭ ਗੁਣ ਜਿਹੜੇ ਨੇ, ਉਹ ਸਾਰੇ ਹੀ ਖਤਮ ਹੋ ਗਏ, ਉਹ ਗਲ ਗਏ, ਦੂਰ ਹੋ ਗਏ ਤੇਰੇ ਕੋਲੋਂ ਜਦੋਂ ਦਾ ਤੂੰ ਪਰਮਾਤਮਾ ਨੂੰ ਵਿਸਰ ਕੇ ਮਨਮੁਖਾ ਵਾਲਾ ਜੀਵਨ ਬਤੀਤ ਕਰ ਰਿਹਾ ਹੈ। ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਨਾ ਮਹਾਰਾਜ ਦੇ ਮੋਰੇ ਫਿਰ ਹੁਣ ਅਰਦਾਸ ਕਰਦਾ ਜੀ ਅਕਾਲ ਪੁਰਖ ਮੈਨੂੰ ਸੂਝੀ ਨਹੀਂ, ਮੇਰੀ ਮੱਤ ਬਹੁਤ ਥੋੜੀ ਹੈ। ਜਿੱਦਾਂ ਮੈਂ ਆਪਣੇ ਬਾਰੇ ਵੀ ਅਸੀਂ ਦੋਨੋਂ ਜਣੇ ਆਪ ਜੀ ਨੂੰ ਬੇਨਤੀਆਂ ਕਰਦੇ ਹਾਂ ਤੇ ਔਰ ਕਿਉਂਕਿ ਥੋੜੀ ਮੱਤ ਦੇ ਕਾਰਨ ਹੋਣ ਕਰਕੇ ਗਲਤੀਆਂ ਵੀ ਹੋ ਜਾਂਦੀਆਂ ਨੇ। ਸੋ ਇਸ ਕਰਕੇ ਗੁਰੂ ਬਖਸ਼ਾਂਦਾ, ਗੁਰੂ ਕੀ ਸੰਗਤ ਬਖਸ਼ਾਂਦਾ। ਕਹਿੰਦੇ ਇੱਥੇ ਉਹ ਇਸੇ ਕਰਕੇ ਵੀ ਜੀਵ ਮਹਾਰਾਜ ਦੇ ਹੁਣ ਚਰਨਾਂ ਚ ਆ ਗਿਆ। ਕਹਿੰਦੇ ਨਾ ਮੈਂ ਜਤੀ ਹਾਂ, ਜਤੀ ਦਾ ਮਤਲਬ ਉੱਚੇ ਆਚਰਣ ਵਾਲਾ, ਨਾ ਮੈਂ ਸਤੀ ਹਾਂ, ਇਹ ਵੀ ਇਹਦਾ ਦੂਸਰਾ ਰੂਪ ਹੈ। ਨਾ ਮੈਂ ਕੋਈ ਸਤਿਗੁਰ ਜੀ ਇੱਥੇ ਸੰਸਾਰ ਤੇ ਕੋਈ ਉੱਚੀ ਵਿਦਿਆ ਹਾਸਲ ਕੀਤੀ ਹੈ, ਮੈਂ ਤਾਂ ਮੂਰਖ ਮੁਗਧ ਜਨ ਪਿਆ। ਮੇਰਾ ਜੀਵਨ ਤਾਂ ਇੱਕ ਅਣਜਾਣ ਔਰ ਬੇਅਰਥ ਵਾਲਾ ਤੇ ਕਿਸੇ ਜਿਹੜਾ ਅੱਗੇ ਨਾ ਸਫਲ ਹੋ ਕੇ ਬਤੀਤ ਹੋ ਰਿਹਾ ਹੈ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਹੁਣ ਵੱਡੀ ਵਡਿਆਈ ਕਰਦੇ ਨੇ ਨਿਰੰਕਾਰ ਸੱਚੇ ਪਾਤਸ਼ਾਹ ਜੀ। ਕਹਿੰਦੇ ਅਰਦਾਸ ਕਰ, ਸਤਿਗੁਰ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਆਣ ਕੇ ਕਿ ਮੇਰੇ ਉੱਤੇ ਰਹਿਮਤ ਕਰ, ਮੇਰੇ ਉੱਤੇ ਦਇਆ ਕਰ, ਮੈਨੂੰ ਮਿਹਰਬਾਨ ਦਿਆਲੂ ਕਿਰਪਾਲੂ ਆਪਣਾ ਜਨ ਬਣਾ ਲਾ ਤੇ ਮੈਨੂੰ ਉਹਨਾਂ ਪਿਆਰਿਆਂ ਦੀ ਸੰਗਤ ਬਖਸ਼ੇ ਜਿਹੜੇ ਹਰ ਵੇਲੇ ਤੇਰੇ ਰੰਗ ਦੇ ਵਿੱਚ ਰੰਗੇ ਹੋਏ ਨੇ, ਜਿਹੜੇ ਹਰ ਵੇਲੇ ਤੇਰੇ ਹੁਕਮ ਦੇ ਵਿੱਚ ਚੱਲ ਰਹੇ ਨੇ, ਤੇਰੀ ਮਰਿਆਦਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ। ਉਹ ਸਾਧੂ ਜਨਾਂ ਦੀ ਸੰਗਤ ਮੈਨੂੰ ਬਖਸ਼ ਦੇ। ਆਸਾ ਮਹਲਾ ਪੰਜਵਾਂ, ਪਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਹੁਣ ਆਸਾ ਰਾਗ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਜੋਤ ਦੇ ਪੰਜਵੇਂ ਘਟ, ਉਹ ਆਸਾ ਰਾਗ ਦੇ ਵਿੱਚ ਸਾਨੂੰ ਇਸ ਸ਼ਬਦ ਰਾਹੀਂ, ਇਹ ਵੀ ਸ਼ਬਦ ਦੋ ਵਾਰ ਆਏਗਾ, ਇਹਦੇ ਵਿੱਚ ਸਾਨੂੰ ਗਿਆਨ ਦਿੰਦੇ ਨੇ ਕਿ ਤੇਰੇ ਹੈ ਜੀਵ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਤੈਨੂੰ ਇਹ ਦੇਹ ਮਿਲੀ ਹੈ, ਇਹ ਉੱਚੀ ਤੇ ਸੁੱਚੀ ਦੇਹ ਮਿਲੀ ਹੈ। ਹੁਣ ਇਹ ਦੇਹ ਇਸ ਕਰਕੇ ਤੈਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਕਹਿੰਦੇ ਨੇ 184 ਜੋਨ ਵਿੱਚ ਮਾਨਸ ਜਨਮ ਦਿਲੰਬ ਉਪਾਇਆ, ਵੱਖਰੀ ਕਿ ਤੈਨੂੰ ਸਾਰਿਆਂ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਲਕ ਬਣਾ ਦਿੱਤਾ। ਹਰ ਵਸਤੂ ਦੇ ਉੱਤੇ ਤੇਰਾ ਰਾਜ ਚੱਲਦਾ, ਹਰ ਜਗ੍ਹਾ ਦੇ ਉੱਤੇ। ਮਿਲ ਜਗਦੀ ਮਹਾਰਾਜ ਕਹਿੰਦੇ ਨੇ ਨਾ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬੜੇ ਚਿਰਾਂ ਤੋਂ ਕਹਿੰਦੇ ਦੇਵੀ ਦੇਵਤੇ ਦੇਹ ਨੂੰ ਟੋਂਦੇ ਨੇ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਮਾਲਕ ਕਹਿੰਦੇ ਨੇ ਵੀ ਦੇਵਤੇ ਵੀ ਇਹ ਦੇਹ ਨੂੰ ਟੋਲਦੇ ਨੇ ਵੀ ਅਸੀਂ ਵੀ ਇਸ ਸੰਸਾਰ ਤੇ ਜਾਈਏ, ਜਾ ਕੇ ਉਹਦੀ ਬੰਦਗੀ ਕਰ ਕਰਕੇ ਅਸੀਂ ਵੀ ਉਹਦਾ ਹੀ ਰੂਪ ਬਣ ਜਾਈਏ। ਦੇਵਤੇ ਵੀ ਇਹ ਦੇਹ ਨੂੰ ਟੋਲਦੇ। ਤੂੰ ਭਾਗਾ ਵਾਲਾ ਹੈ ਜਿਹੜਾ ਕਿ ਤੈਨੂੰ ਇਹ ਦੇਹ ਸੋਹਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ। 184 ਜੂਨ, 84 ਜੂਨ ਦੇ ਵਿੱਚੋਂ ਉੱਤਮ ਜੂਨ ਜਿਹੜੀ ਉਹ ਮਾਨਸ ਦੇਹੀ, ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਤੈਨੂੰ ਪ੍ਰਾਪਤ ਹੋਈ ਹੈ। ਤੇ ਹੁਣ ਇਹ ਸੰਸਾਰ ਦੇ ਉੱਤੇ ਤੈਨੂੰ ਆਣ ਕੇ ਕੀ ਕਰਨਾ, ਗੋਬਿੰਦ ਮਿਲਣ ਕੀ ਹੈ ਤੇਰੇ ਬਰੀਆ। ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਉਹ ਭੋਲਿਆ ਤੂੰ ਇਹ ਇੰਨੀ ਸੋਹਣੀ ਤੈਨੂੰ ਦੇਹ ਉਸਨੇ ਤੈਨੂੰ ਦਿੱਤੀ ਅਕਾਲ ਪੁਰਖ ਨਿਰੰਕਾਰ ਨੇ, ਪਰ ਹੁਣ ਵੀ ਤੂੰ ਉਸ ਦਾ ਸ਼ੁਕਰਾਨਾ ਨਹੀਂ ਕਰ ਰਿਹਾ। ਕੀ ਗੱਲ ਹੈ? ਆਪਣੇ ਸੁੱਤੇ ਮਾਇਆ ਦੇ ਵਿੱਚ ਸੁੱਤੇ ਹੋਏ ਮਨ ਨੂੰ ਜਗਾ। ਸਮਾਂ ਬੀਤਦਾ ਜਾ ਰਿਹਾ, ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਇੱਕ ਦਿਨ ਤੈਨੂੰ
ਪਤਾ ਹੀ ਨਹੀਂ ਲੱਗਣਾ ਜਿਸ ਵੇਲੇ ਜਮਾ ਨੇ ਆਣ ਕੇ ਤੈਨੂੰ ਇਥੋਂ ਸੰਸਾਰ ਤੋਂ ਲੈ ਜਾਣਾ। ਕੋਈ ਹੀਲਾ ਵਸੀਲਾ ਕਰ ਲਾ ਕਿ ਨਿਰੰਕਾਰ ਦੇ ਦਰ ਘਰ ਦੇ ਉੱਤੇ ਤੇ ਤੂੰ ਪ੍ਰਵਾਨ ਹੋ ਜਾਵੇਂ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜੇ ਕੰਮਾਂ ਦੇ ਵਿੱਚ ਤੂੰ ਮਸਤ ਹੋਇਆ ਬੈਠਾ ਹੈ, ਜਿਹੜੇ ਮਾਇਆ ਦੇ ਵੱਖਰੇ ਵੱਖਰੇ ਰੂਪਾਂ ਨੇ ਤੈਨੂੰ ਘੇਰ ਕੇ ਰੱਖਿਆ, ਉਹਦੇ ਵਿੱਚ ਮਸਤ ਹੋਇਆ ਬੈਠਾ, ਇਹ ਤੇਰੇ ਕਿਤੇ ਕੰਮ ਨਹੀਂ ਆਉਣੇ। ਸੰਸਾਰ ਤੇ 4 ਦਿਨ ਦੀ ਤੇਰੀ ਵਡਿਆਈ ਹੋ ਜਾਏਗੀ, ਪਰ ਜਦੋਂ ਇੱਥੇ ਜਾਣਾ, ਜਦ ਦਰਗਾਹ ਜਾਏਗਾ, ਤੈਨੂੰ ਕਿਸੇ ਨੇ ਬੈਠਣ ਨੂੰ ਜਗ੍ਹਾ ਵੀ ਨਹੀਂ ਦੇਣੀ। ਕਹਿੰਦੇ ਏਦਾਂ ਕਰ, ਉੱਠ ਪਾਏ ਮਾਇਆ ਦੀ ਨੀਂਦ ਦੇ ਵਿੱਚੋਂ, ਤਾਂ ਕਹਿੰਦੇ ਉਹ ਬਖਸ਼ਿਆਹਾਂ ਦੀ ਸੰਗਤ ਟੋੜ ਲੈ ਤੇ ਉਹਨਾਂ ਦੇ ਕੋਲੋਂ ਨਾਮ ਸਿੱਖਣ ਦੀ ਜਾਚ ਸਿੱਖ ਕੇ ਉੱਥੇ ਬੈਠ ਕੇ ਹੀ ਅਕਾਲ ਪੁਰਖ ਦੀ ਬੰਦਗੀ ਕਰ, ਤੇਰਾ ਭਲਾ ਹੋਵੇ ਦੂ ਸੰਸਾਰ ਦੇ ਉੱਤੇ। ਸਰੰਜਾਮ ਲਾਗ ਭਵ ਜਲ ਤਰਣ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਸਰੰਜਾਮ ਕਹਿੰਦੇ ਨੇ ਉਦਮ, ਕਹਿੰਦੇ ਇਹ ਜੀਵ ਸੰਸਾਰ ਦੇ ਉੱਤੇ ਜੇ ਤੂੰ ਇਹ ਦੇਹ ਧਾਰਨ ਤੈਨੂੰ ਬਖਸ਼ਿਸ਼ ਕੀਤੀ ਅਕਾਲ ਪੁਰਖ ਨੇ, ਇਸ ਵਿੱਚ ਹਰ ਤਰ੍ਹਾਂ ਦੀ ਸੋਝੀ ਪਾ ਦਿੱਤੀ। ਕਹਿੰਦੇ ਹੁਣ ਉਹ ਉਦਮ ਕਰ, ਉਦੂ ਕਾਰਜ ਦੇ ਉੱਤੇ ਲੱਗ ਜਾ ਕਿ ਆ ਜਿਹੜਾ ਭਵ ਜਲ ਹੈ ਨਾ, ਇਹ ਜਿਹੜਾ ਵਿਕਾਰਾਂ ਦਾ ਭਰਿਆ ਹੋਇਆ ਸਮੁੰਦਰ ਹੈ, ਸੰਸਾਰ ਹੈ, ਜਿਹਨੂੰ ਵੱਖਰੇ ਵੱਖਰੇ ਰੂਪਾਂ, ਹਰ ਜੀਵ ਦੇ ਉੱਤੇ ਮਾਇਆ ਨੇ ਆਪਣਾ ਪੂਰਾ ਕਬਜ਼ਾ ਕੀਤਾ ਹੋਇਆ। ਤੂੰ ਸੁਚੇਤ ਹੋ ਜਾ, ਉਹ ਕੰਮ ਕਰਨਾ ਸ਼ੁਰੂ ਕਰ ਦੇ, ਜਿਸ ਕੰਮ ਦੇ ਨਾਲ ਤੂੰ ਇਹ ਭਵ ਸਾਗਰ ਨੂੰ ਪਾਰ ਉਤਰ ਭਵ ਸਾਗਰ ਤੋਂ ਪਾਰ ਉਤਾਰਾ ਕਰ ਲਏਗਾ। ਨਹੀਂ ਤਾਂ ਜੇ ਤੂੰ ਮਾਇਆ ਦੇ ਖੇਡ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ ਖੇਡਦਾ, ਤੇਰਾ ਜਨਮ ਵਿਅਰਥ ਹੈ, ਵਿਅਰਥ ਹੈ। ਇੱਥੇ ਆਇਆ ਤੂੰ ਨਾ ਕੁਝ ਖੱਟਿਆ ਨਾ ਕੁਝ ਪਾਇਆ, ਤੂੰ ਜਾਏਗਾ ਜਮਾਂ ਦੇ ਮੋਹਰੇ ਤੈਨੂੰ ਖੜਾ ਕੀਤਾ ਜਾਏਗਾ, ਮੁੜ ਤੂੰ 84 ਦੇ ਗੇੜ ਦੇ ਵਿੱਚ ਪੈ ਜਾਵੇਂਗਾ। ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਜਿਹੜਾ ਫਿਰ ਮਾਇਆ ਦੀ ਨੀਂਦ ਦੇ ਵਿੱਚੋਂ ਸੁਚੇਤ ਹੋ ਕੇ ਜਾਗ ਪਿਆ, ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ, ਹੁਣ ਆਪਣੇ ਆਪ ਦੀ ਨਿਮਰਤਾ ਦਿਖਾਉਂਦਾ, ਮਹਾਰਾਜ ਨੂੰ ਸੱਚਾਈ ਪੇਸ਼ ਕਰਦਾ। ਇੱਥੇ ਵੀ ਆਣ ਕੇ ਕੋਈ ਝੂਠ ਨਹੀਂ ਬੋਲ ਰਿਹਾ, ਹੁਣ ਸੱਚ ਬੋਲ ਰਿਹਾ, ਸੱਚ ਦਾ ਜੀਵਨ ਬਤੀਤ ਕਰਨ ਵਾਸਤੇ ਕੁਝ ਮੰਗਣ ਲੱਗਾ। ਕਹਿੰਦੇ ਮਹਾਰਾਜ ਸੱਚੇ ਵਾਹਿਗੁਰੂ ਨਿਰੰਕਾਰ ਜੀ, ਨਾ ਤਾਂ ਮੈਂ ਅੱਜ ਤੱਕ ਕੋਈ ਜਪ ਕੀਤਾ ਤੇ ਨਾ ਹੀ ਮੈਨੂੰ ਤਪ ਕਰਨ ਦਾ ਕੋਈ ਅੰਦਾਜ਼ਾ ਹੈ, ਤੇ ਨਾ ਮੈਂ ਇਹ ਜਿਹੜੀਆਂ ਇੰਦਰੀਆਂ ਨੇ, ਜਿਹੜੇ ਕਾਮ ਵਾਸ਼ਨਾ ਵਾਲੀਆਂ ਇੰਦਰੀਆਂ ਨੇ, ਇਹਨਾਂ ਨੂੰ ਕਾਬੂ ਕੀਤਾ ਹੈ, ਤੇ ਨਾ ਹੀ ਮੈਂ ਕਿਸੇ ਧਰਮ ਦੇ ਵਿੱਚ ਪਰਪੱਕਤਾ ਪ੍ਰਾਪਤ ਕੀਤੀ ਹੈ। ਮੇਰੇ ਤੇ ਕਿਰਪਾ ਹੁਣ ਕਰੋ। ਸੇਵਾ ਸਾਧਨਾ ਜਾਣਿਆ ਹਰ ਰਾਇਆ, ਨਾ ਮੈਨੂੰ ਸੇਵਾ ਕਰਨ ਦੀ ਅਜੇ ਤੱਕ ਜਾਚ ਆਈ ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੇ ਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਬਹਿ ਕੇ ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹਿੰਦੇ ਵੀ ਤੇਰੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਬਹਿ ਕੇ ਮੈਨੂੰ ਨਾਮ ਜਪਣ ਦਾ ਵੀ ਗਿਆਨ ਕੋਈ ਨਹੀਂ ਆਇਆ ਅਕਾਲ ਪੁਰਖ, ਤੇ ਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਮਨ ਨੂੰ ਅਜੇ ਤੱਕ ਤੇਰੇ ਗੁਣ ਗਾਉਣ ਦਾ, ਤੇਰੀ ਵਡਿਆਈ ਕਰਨ ਦਾ ਚੱਜ ਬਿਲਕੁਲ ਨਹੀਂ ਆਇਆ। ਕਿਰਪਾ ਕਰੋ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਵੀ ਅਸੀਂ ਤਾਂ ਨੀਵੇਂ ਕਰਮਾਂ ਵਾਲੇ ਹਾਂ, ਨੀਵੇਂ ਕਰਮਾਂ ਵਾਲੇ, ਸਾਡੇ ਤਾਂ ਕਰਮ ਬਹੁਤ ਨੀਚ ਨੇ। ਸ਼ਾਇਦ ਹੋ ਸਕਦਾ ਵੀ ਜਿੱਥੇ ਦੇਖੋ ਕਿੰਨੀ ਨਿਮਰਤਾ ਅਕਾਲ ਪੁਰਖ ਦੇ ਅੰਦਰ, ਕਹਿੰਦੇ ਵੀ ਇੰਨਾ ਅਰਦਾਸ ਕਰੇ ਦੇ ਚਰਨਾਂ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਸਾਨੂੰ ਤਾਂ ਨਰਕਾਂ ਦੇ ਵਿੱਚ ਢੋਈ ਕੋਈ ਨਾ ਮਿਲੇ, ਕਿਉਂਕਿ ਸਾਨੂੰ ਗਿਆਨ ਹੀ ਕਿਸੇ ਚੀਜ਼ ਦਾ ਨਹੀਂ। ਪਰ ਮਿਹਰਬਾਨ ਆਪ ਬੜੇ ਦਿਆਲੂ ਹੋ, ਆਪ ਕਿਰਪਾਲੂ ਬੜੇ ਹੋ। ਸਾਨੂੰ ਨੀਚ ਕਰਮਾਂ ਵਾਲਿਆਂ ਨੂੰ ਹੁਣ ਆਪਣੇ ਅੰਚਲ ਦੇ ਨਾਲ ਲਾ ਲਓ। ਇਹ ਨੀਚ ਕਰਮਾਂ ਵਾਲਾ ਤੇਰੇ ਦਰ ਦੇ ਉੱਤੇ ਆਣ ਕੇ ਡਿੱਗ ਪਿਆ ਹੈ, ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਗਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਕਰਦੇ, ਉਹਨੂੰ ਆਪਣਾ ਹੀ ਬਣਾ ਲੈਂਦੇ ਹੋ। ਜਾਪ ਨਾ ਤਾਪ ਨਾ ਕਰਮ ਕੀਤ, ਆਵੇ ਨਾਹੀ ਕਛੁ ਰੀਤ, ਮਨ ਮੈਂ ਰੱਖੋ ਇਹ ਆਸ ਏਕ, ਨਾਮ ਤੇਰੇ ਕੀ ਕਰੂੰ ਟੇਕ। ਕਹਿੰਦੇ ਤੇਰੇ ਨਾਮ ਦੀ ਜਿਹੜੀ ਟੇਕ ਹੈ, ਤੇਰੇ ਨਾਮ ਦਾ ਆਸਰਾ ਲੈ ਕੇ ਇਸ ਸੰਸਾਰ ਦੇ ਉੱਤੋਂ ਮੈਂ ਆਪਣਾ ਜੀਵਨ ਸਫਲ ਕਰਕੇ ਜਾਵਾਂ। ਇੱਕ ਬੇਨਤੀ ਕਰਕੇ ਮੈਂ ਇੱਥੇ ਹੀ ਅਸੀਂ ਉਹਨਾਂ ਨੇ ਆਪ ਜੀ ਦੇ ਕੋਲੋਂ ਮਾਫੀ ਮੰਗ ਲੈਣੀ ਹੈ। ਜਿਹੜੇ ਪਿਛਲੇ ਸਮੇਂ ਦੇ ਵਿੱਚ ਜੋ ਮੈਂ ਬੜੇ ਲੰਬੇ ਸਮੇਂ ਤੋਂ ਇਹ ਟੋਲ ਰਿਹਾ ਸੀ
ਸ੍ਰੀ ਰਹਿਰਾਸ ਸਾਹਿਬ ਜੀ ਦਾ ਇਤਿਹਾਸ, ਉਹ ਇਤਿਹਾਸ ਇਸ ਤਰ੍ਹਾਂ ਪ੍ਰਾਪਤ ਹੋਇਆ ਜਿਹੜਾ ਕਿ ਗੁਰੂ ਨੇ ਕਿਰਪਾ ਕੀਤੀ, ਵਿਦਵਾਨਾਂ ਨੇ ਉਚਾਰਨ ਕੀਤਾ। ਕਹਿੰਦੇ ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਦਾ ਸਮਾਂ ਪਹਿਲੇ ਪਾਤਸ਼ਾਹ ਦਾ ਸੀ, ਉਦੋਂ ਸਿਰਫ ਜਿਹੜੇ ਪਹਿਲੇ 5 ਸ਼ਬਦ ਸਨ ਉਹੀ ਗੁਰੂ ਕੇ ਸਿੱਖ ਪੜ੍ਹਿਆ ਕਰਦੇ ਸਨ, ਤੇ ਉਹ ਰੋਹ ਰੀਤ ਜਿਹੜੀ ਚੱਲਦੀ ਸੀ ਇਹ ਚੌਥੇ ਪਾਤਸ਼ਾਹ ਤੱਕ, 5ਵੇਂ ਪਾਤਸ਼ਾਹ ਤੱਕ ਇਹ ਚੱਲਦੀ ਰਹੀ। ਜਿਹੜੇ ਪਹਿਲੇ 5 ਸ਼ਬਦ ਸਨ ਉਹ ਜਿਹਦੇ ਵਿੱਚ ਸੋਦਰ, ਸੁਣ ਵੱਡਾ, ਆਖਾਂ ਜੀਵਾ, ਹਰ ਕੇ ਜਨ, ਕਾਹੇਰੇ ਮਨ ਚਿਤ ਵੈ ਉਦਮ, ਇਹ ਜਿਹੜੇ 5 ਸ਼ਬਦ, ਇਹਨਾਂ ਦੀ ਹੀ ਸ਼ਾਮ ਨੂੰ ਬੰਦਗੀ, ਇਹਨਾਂ ਦੇ ਰਾਹੀਂ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਆਰਾਧਨਾ ਕੀਤੀ ਜਾਂਦੀ ਹੁੰਦੀ ਸੀ। ਤੇ ਇਤਿਹਾਸ ਵਾਲੇ ਇਹ ਦੱਸਦੇ ਨੇ ਵੀ ਜੋ ਗਾਹਾਂ 100 ਪੁਰਖ ਦੀ ਜਿਹੜੀ ਲੜੀ ਹੈ, ਜਿਹੜੇ 4 ਸ਼ਬਦ ਨੇ, ਇਹ ਗੁਰੂ 6ਵੇਂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਹੁਕਮ ਲਾਇਆ ਵੀ ਭਾਈ, ਕਿਉਂਕਿ ਜਿਹੜਾ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਪੁੱਤਰ ਹੋਏ ਨੇ, ਉਹਨਾਂ ਦਾ ਇੱਕ ਗੁਟਕਾ ਪਿਆ ਕਰਤਾਰਪੁਰ, ਜਿਹੜਾ ਕਰਤਾਰਪੁਰ ਜਲੰਧਰ ਦੇ ਲਾਗੇ ਹੈ, ਜਿੱਥੇ ਜਿਹੜੀ ਪ੍ਰਾਤਨ ਬੀੜ ਵੀ ਨਿਰੰਕਾਰ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜਿਹੜੀ ਲਿਖੀ, ਜਿਹਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ, ਉਹ ਵੀ ਉੱਥੇ ਹੀ ਪਈ। ਉੱਥੇ ਗੁਟਕਾ ਪਿਆ ਬਾਬਾ ਗੁਰਦਿੱਤਾ ਜੀ ਦਾ, ਉਹਦੇ ਵਿੱਚ 9 ਸ਼ਬਦਾਂ ਦੀ ਰਹਿ ਰਸ ਹੈ। ਤੇ ਫਿਰ 10ਵੇਂ ਪਾਤਸ਼ਾਹ ਦੇ ਸਮੇਂ ਦੇ ਉੱਤੇ ਬਾਕੀ ਦੀਆਂ ਜਿਹੜੇ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਜਾਂ ਹੋਰ ਜਿਹੜੇ ਪਾਠ ਸਨ, ਇਹ ਹੌਲੀ ਹੌਲੀ ਗੁਰਸਿੱਖਾਂ ਨੇ ਵੀ ਨਾਲ ਜੋੜੇ ਤੇ ਨਿਰੰਕਾਰ ਨੇ ਫਿਰ ਉਹਨਾਂ ਦਾ ਹੀ ਹੁਕਮ ਲਾਇਆ। ਜਿਸ ਉਹ ਕਦੀ ਜਿਹੜੇ ਬਾਕੀ ਦੇ ਸਾਡੇ ਤਖਤ ਸਨ ਜਾਂ ਵੱਡੇ ਧਾਰਮਿਕ ਸਥਾਨ ਸਨ, ਸਾਰਿਆਂ ਦੇ ਉੱਤੇ ਰਹਿ ਰਸ ਪੂਰੀ ਕੀਤੀ ਜਾਂਦੀ ਹੁੰਦੀ ਸੀ। ਅੱਜ ਪਤਾ ਨਹੀਂ ਕਿਹੜੀ ਮੱਤ ਦੇ ਧਾਰਨੀ ਹੋ ਗਿਆ, ਕਿੰਨੇ ਕੁ ਵਿਦਵਾਨ ਹੋ ਗਏ, ਇਹਨਾਂ ਨੇ ਇਹ ਰਹਿ ਰਸ ਜਿਹੜੀ ਸ਼ਾਮ ਦੀ ਬਾਣੀ ਦੀ ਜਿਹੜੀ ਪ੍ਰਾਰਥਨਾ ਦੀਆਂ ਬਾਣੀਆਂ ਦੇ ਸ਼ਬਦ ਨੇ ਉਹਨਾਂ ਨੂੰ ਥੋੜਾ ਕਰ ਦਿੱਤਾ। ਕਹਿੰਦੇ ਵੀ ਜਿਸ ਵੇਲੇ ਆਹ SGPC, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਲਹਿਰ ਨਹੀਂ ਸੀ ਬਣੀ, ਉਹਨਾਂ ਸਮਿਆਂ ਦੇ ਵਿੱਚ 3 ਗ੍ਰੰਥੀ ਸਿੰਘ ਸਨ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸੇਵਾ, ਸੱਚਖੰਡ ਦੀ ਸੇਵਾ ਕਰਿਆ ਕਰਦੇ ਸਨ, ਸ੍ਰੀ ਦਰਬਾਰ ਸਾਹਿਬ ਦੀ। ਉਹ ਸਨ ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ, ਇਹ ਹੈੱਡ ਗ੍ਰੰਥੀ ਸਨ, ਤੇ ਭਾਈ ਹੀਰਾ ਸਿੰਘ ਜੀ ਤੇ ਭਾਈ ਭਗਤ ਸਿੰਘ ਜੀ। ਇਹ ਸਦਾ ਹੀ ਸੰਪੂਰਨ ਰਹਿ ਰਾਸ ਇੱਥੇ ਕਰਿਆ ਕਰਦੇ ਸਨ। ਤੇ ਅੱਜ ਵੀ ਤੁਸੀਂ ਸ੍ਰੀ ਹਜੂਰ ਸਾਹਿਬ ਜਾਓ ਨਾ, ਉਹ ਸੰਪਰਦਾਇ ਰਹਿ ਰਾਸ ਅਜੇ ਵੀ ਉੱਥੇ ਪੂਰੀ ਹੁੰਦੀ। ਆਪਾਂ ਕੋਸ਼ਿਸ਼ ਨਹੀਂ ਕਰਨੀ, ਆਪਣਾ ਫਰਜ਼ ਬਣਦਾ ਕਿ ਆਪਾਂ ਟਿਕਾ ਕੇ ਬਾਣੀ ਪੜ੍ਹੀਏ, ਵੱਧ ਤੋਂ ਵੱਧ ਬਾਣੀ ਪੜ੍ਹ ਕੇ ਬਾਣੀ ਦੇ ਵਿੱਚੋਂ ਸਾਨੂੰ ਗਿਆਨ ਪ੍ਰਾਪਤ ਹੋਏਗਾ। ਜਦੋਂ ਸਾਨੂੰ ਅੰਦਰੋਂ ਗਿਆਨ ਪ੍ਰਾਪਤ ਹੋ ਗਿਆ, ਸਾਡੇ ਮਨ ਦੀ ਮੈਲ ਲੈਣੀ ਸ਼ੁਰੂ ਹੋ ਜਾਊਗੀ, ਸਾਡੇ ਅੰਦਰ ਉਹ ਪ੍ਰੇਮ ਦਾ ਚਿਰਾਗ ਚੱਲ ਪਊ ਜਿਹੜਾ ਕਿ ਸਾਨੂੰ ਸਿੱਧੇ ਮਾਰਗ ਦੇ ਦਰਸ਼ਨ ਕਰਵਾ ਦੇਵੇਗਾ। ਉਹ ਮਾਰਗ ਜਿਹੜਾ ਜਨਮ ਤੇ ਮਰਨ ਨੂੰ ਖਤਮ ਕਰ ਦੇਗਾ। ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਗੁਰੂ ਕੀ ਸੰਗਤ ਰਹਿਮਤ ਕਰੇ। ਅੱਜ ਇੰਨੀ ਹੀ ਸੇਵਾ ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਅਰਦਾਸ, ਕਾਮ ਕ੍ਰੋਧ ਮੋਹ ਹੰਕਾਰ ਤੋਂ ਜਾ ਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਜੀਵਨ ਦੇ ਵਿੱਚ ਕੁਝ ਨਾ ਕੁਝ ਹਾਸਲ ਹੋਵੇ, ਪ੍ਰਾਪਤੀ ਹੋਵੇ, ਅਸੀਂ ਵੀ ਆਪਣਾ ਜੀਵਨ ਸਫਲ ਕਰਕੇ ਇੱਥੋਂ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।